ਸੋਚਿਆ ਹੀ ਨਹੀਂ ਸੀ ਕਦੇ ਮੈਂ ਤਾਂ ਇਸ ਬਾਰੇ ਕਿ ਮੈਨੂੰ ਕਦੇ ਮਿਹਨਤ ਕਰਨੀ ਪੈਣੀ ਹੈ ਜਾਂ ਮੈਨੂੰ ਕਦੇ ਜੌਬ ਕਰਨੀ ਪਊਗੀ। ਮੈਂ ਆਪਣੇ ਵਰਗੀਆਂ ਕੁੜੀਆਂ ਦੀ ਵੀ ਗੱਲ ਕਰਾਂ ਤਾਂ ਸਾਨੂੰ ਵੀ ਇਹੀ ਹੁੰਦਾ ਵੀ ਪੜ੍ਹਨ ਲਿਖਣਾ ਮਤਲਬ ਸਿਰਫ ਨੌਕਰੀ ਕਰਨਾ ਹੈ ਨਾ। ਹਾਂਜੀ ਤੇ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਸਿਰਫ ਨੌਕਰੀ ਦੀ ਝਾਕ 'ਚ ਰਹਿੰਦੀਆਂ ਨੇ। ਮੈਂ ਇਹ ਹਾਲਾਤ ਜ਼ਰੂਰ ਜਾਣਦੀ ਸੀ ਵੀ ਨੌਕਰੀਆਂ ਛੇਤੀ ਕਿਤੇ ਤਾਂ ਮਿਲਦੀਆਂ ਨਹੀਂ ਆ, ਤੇ ਮੈਂ ਬਿਲਕੁਲ ਹੀ ਨਹੀਂ ਸੀ ਚਾਹੁੰਦੀ ਵੀ ਮੈਂ ਪੜ੍ਹ ਲਿਖ ਕੇ ਕੁਛ ਸਮੇਂ ਲਈ ਵੀ ਘਰੇ ਵਿਹਲੀ ਬੈਠਾ। ਜਿੰਨੇ ਮੈਂ ਕਦੇ ਪਾਣੀ ਦਾ ਗਲਾਸ ਵੀ ਨਹੀਂ ਸੀ ਪੀਤਾ, ਵੈਸੇ ਚਾਹੀਦਾ ਨਹੀਂ ਇੱਦਾਂ ਹੋਣਾ। ਉੱਥੇ ਜਾ ਕੇ ਮੈਂ ਫੈਕਟਰੀਆਂ 'ਚ ਕੰਮ ਕੀਤਾ। ਪਰ ਜਦੋਂ ਤੁਸੀਂ ਘਰੇ ਹੁੰਦੇ ਹੋ ਤਾਂ ਮੈਨੂੰ ਲੱਗਦਾ ਵੀ ਸੱਚੀ ਤੁਹਾਨੂੰ ਉਹ ਇੱਜ਼ਤ ਨਹੀਂ ਮਿਲਦੀ, ਕਿਉਂਕਿ ਤੁਹਾਨੂੰ ਹਮੇਸ਼ਾ ਯਾਦ ਕਰਾਇਆ ਜਾਂਦਾ ਵੀ ਤੇਰੇ ਕੋਲ ਇਹ ਡਿਗਰੀ ਸੀ ਤੇ ਤੂੰ ਕੁਛ ਨਹੀਂ ਕੀਤਾ। ਮੈਨੂੰ ਨਹੀਂ ਪਤਾ ਲੋਕ ਕੀ ਸੋਚਦੇ ਹੋਣਗੇ ਵੀ ਇਹਨੇ ਨੌਕਰੀ ਐਮਐਸਸੀ ਕਾਹਦੀ ਖਾਤਰ ਕੀਤੀ ਸੀ ਜੇ ਜੌਬ ਹੀ ਨਹੀਂ ਕਰਨੀ, ਤੇ ਜਾਂ ਹੋ ਸਕਦਾ ਮੇਰੇ ਪੇਸ਼ੇ ਨੂੰ ਵੀ ਕਹਿ ਰਹੇ ਹੋਣ ਵੀ ਅੱਛਾ ਦਰਜੀ ਪੁਣਾ ਕਰਦੀ ਹੈ। ਤੁਸੀਂ ਯਕੀਨ ਮੰਨਿਓ ਕਿ ਜਦੋਂ ਮੈਂ ਇੰਨੇ ਸਾਲ ਬਾਅਦ ਨੌਕਰੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਇਹ ਨਹੀਂ ਸੀ ਪਤਾ ਕਿ ਪਟਿਆਲੇ ਤੋਂ ਮੋਹਾਲੀ ਤੱਕ ਦਾ ਕਿਰਾਇਆ ਕਿੰਨਾ। ਛੋਟੇ ਛੋਟੇ ਫੈਸਲੇ ਨਹੀਂ ਸੀ ਆਪ ਕਰ ਸਕਦੀ, ਐਂ ਲੱਗਦਾ ਹੁੰਦਾ ਸੀਗਾ ਵੀ ਨਹੀਂ ਇਹ ਫਲਾਣੇ ਨੂੰ ਪੁੱਛ ਕੇ ਹੀ ਕਰੂੰਗੀ। ਉਦੋਂ ਵੀ ਇੱਦਾਂ ਸੀ ਕਿ ਸਾਡੇ ਵਾਲੀ ਜਨਰੇਸ਼ਨ, ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਕਿ ਸਾਨੂੰ ਤਾਂ ਇਸ ਕਰਕੇ BA ਕਰਾਈ ਜਾਂਦੀ ਸੀ ਕਿ ਰਿਸ਼ਤਾ ਵਧੀਆ ਮਿਲ ਜੂ, ਬਾਹਰ ਚੱਲ ਜੂ ਕੁੜੀ ਜਾਂ ਕੁਛ, ਬਸ ਇੱਥੋਂ ਤੱਕ। ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਨੂੰ ਅਡੋਪਟ ਕਰ ਰਹੀਆਂ ਨੇ, ਉੱਥੋਂ ਦੇ ਮਾਹੌਲ ਨੂੰ ਅਡੋਪਟ ਕਰ ਰਹੀਆਂ ਨੇ, ਤਾਂ ਕੁੜੀਆਂ 'ਚ ਬਹੁਤ ਕੁਛ ਹੈ, ਬਹੁਤ ਕੁਛ ਹੈ। ਉਹ ਕੁਛ ਵੀ ਕਰ ਸਕਦੀਆਂ, ਕਿਸੇ ਵੀ ਚੀਜ਼ 'ਚ ਕਿਸੇ ਵੀ ਫੀਲਡ 'ਚ ਅੱਗੇ ਜਾ ਸਕਦੀਆਂ ਨੇ। ਹੁਣ ਪਿੰਡਾਂ 'ਚ ਤੁਹਾਨੂੰ ਉਦਾਹਰਨਾਂ ਦੇ ਦਿੰਦੇ ਆ ਵੀ ਜਾਇਦਾਦ ਆ, ਇੰਨੀ ਜ਼ਮੀਨ ਆ, ਪਰ ਜ਼ਮੀਨ ਦਾ ਪੈਸਾ ਵੀ ਤੁਹਾਡੇ ਕੋਲ 6 ਮਹੀਨੇ ਤੋਂ ਪਹਿਲਾਂ ਨਹੀਂ ਆਉਂਦਾ। ਤੇ ਜਿਹੜੀ ਔਰਤ ਇਕੱਲੀ ਆ, ਖਾਸ ਕਰਕੇ ਕੋਈ ਜ਼ਿੰਦਗੀ 'ਚ ਇਹੋ ਜਿਹਾ ਹਾਦਸਾ ਹੋਇਆ, ਉਹਨੂੰ ਤਾਂ ਮੈਨੂੰ ਲੱਗਦਾ ਹਰ ਰੋਜ਼ ਪੈਸੇ ਦੀ ਲੋੜ ਆ। ਮੈਂ ਕਿਹਾ ਜੀ ਦੇਖੋ, ਬਰਾੜ ਸਾਹਿਬ ਦੇ ਗਾਣੇ ਮੈਂ ਹਲੇ ਇਕੱਠੇ ਕਰ ਰਹੀ ਹਾਂ ਜਿੱਥੇ ਵੀ ਪਏ ਆ। ਬੇਟੀ ਦਾ ਸੌਂਗ ਰੈਡੀ ਆਪਾਂ ਉਹ ਕਰਕੇ ਵੇਖੀਏ। ਕਹਿੰਦਾ ਜੀ ਮੈਂ ਸੋਚਦਾ ਹੈ ਕਿ ਜੇ ਬਰਾੜ ਸਾਹਿਬ ਹੁੰਦੇ ਤੇ ਉਹ ਬੇਟੀ ਨੂੰ ਨਹੀਂ ਸੀ ਇਸ ਕੰਮ 'ਚ ਪਾਉਂਦੇ। ਸਤਿ ਸ਼੍ਰੀ ਅਕਾਲ, ਵੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਗੱਲ ਤੇ ਗੱਲ 'ਚ। ਆਪਾਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਕਿ ਜੇਕਰ ਕੋਈ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਘਰ ਦੇ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਪੜ੍ਹੀਆਂ ਲਿਖੀਆਂ ਔਰਤਾਂ ਹੋਣ, ਪਰ ਉਹਨਾਂ ਦਾ ਨੌਕਰੀ ਕਰਨਾ ਜਾਂ ਫਿਰ ਕੋਈ ਵੀ ਕਿੱਤਾ ਕਰਨਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਪਰ ਹੁਣ ਦਾ ਜੋ ਮੌਜੂਦਾ ਸਮਾਂ ਹੈ ਉਹਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਉਹ ਔਰਤਾਂ ਜਿਹੜੀਆਂ ਨੌਕਰੀ ਕਰਦੀਆਂ ਨੇ ਜਾਂ ਫਿਰ ਆਪਣਾ ਕੋਈ ਕਿੱਤਾ ਕਰਦੀਆਂ ਨੇ, ਤਾਂ ਘਰ 'ਚ ਬੈਠੀਆਂ ਔਰਤਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਆਪਣੇ ਬੱਚੇ ਵੀ ਪਾਲਦੀਆਂ ਨੇ, ਆਪਣੇ ਆਪ 'ਚ ਵੀ ਖੁਦ ਨੂੰ ਬਹੁਤ ਵਧੀਆ ਮਹਿਸੂਸ ਕਰਦੀਆਂ ਨੇ, ਕਿਉਂਕਿ ਤੁਹਾਡਾ ਆਪਣਾ ਕਿੱਤਾ ਜਾਂ ਤੁਹਾਡਾ ਇੰਡੀਪੈਂਡੈਂਟ ਹੋਣਾ ਜਿੱਥੇ ਤੁਹਾਨੂੰ ਸਮਾਜ 'ਚ ਇੱਕ ਵਧੀਆ ਰੁਤਬਾ ਦਿਵਾਉਂਦਾ, ਉੱਥੇ ਤੁਹਾਡੀ ਮਾਨਸਿਕ ਸਿਹਤ ਆ ਜਿਹੜੀ ਉਹਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਕਈ ਵਾਰੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਨਾ ਕਰੇ ਤੁਹਾਨੂੰ ਕੋਈ ਅਜਿਹਾ ਸਮਾਂ ਹੈ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਜਾਵੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕਾਸ਼ ਮੈਂ ਜ਼ਿੰਦਗੀ ਦੇ ਵਿੱਚ ਪਹਿਲਾਂ ਆਪਣੇ ਪੈਰਾਂ 'ਤੇ ਖੜੀ ਹੁੰਦੀ। ਬਹੁਤ ਸਾਰੀਆਂ ਕੁੜੀਆਂ ਜਾਂ ਬਹੁਤ ਸਾਰੀਆਂ ਔਰਤਾਂ ਇਹ ਵੀ ਸੋਚਦੀਆਂ ਨੇ ਕਿ ਜਦੋਂ ਤੁਸੀਂ ਆਪਣੇ ਪੈਰਾਂ 'ਤੇ ਨਹੀਂ ਖੜੇ ਹੁੰਦੇ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਫੈਸਲੇ ਨੇ ਜਿਹੜੇ ਤੁਸੀਂ ਉਸ ਹੌਸਲੇ ਨਾਲ ਨਹੀਂ ਲੈ ਸਕਦੇ ਜਿੰਨੇ ਹੌਸਲੇ ਨਾਲ ਉਹ ਔਰਤਾਂ ਕਰਦੀਆਂ ਨੇ ਜਿਹੜੀਆਂ ਕਿ ਨੌਕਰੀ ਪੇਸ਼ਾ ਹੁੰਦੀਆਂ ਨੇ ਜਾਂ ਫਿਰ ਕਿਸੇ ਨਾ ਕਿਸੇ ਕੰਮਕਾਰ ਦੇ ਵਿੱਚ ਰੁੱਝੀਆਂ ਹੁੰਦੀਆਂ ਨੇ, ਆਪਣਾ ਪੈਸਾ ਕਮਾਉਂਦੀਆਂ ਨੇ। ਇਸ ਵਿਸ਼ੇ 'ਤੇ ਅੱਜ ਦੋ ਜਾਣੇ ਸਾਡੇ ਨਾਲ ਗੱਲਬਾਤ ਕਰਨ ਲਈ ਨੇ, ਮੈਮ ਬਿੰਦੂ ਬਰਾੜ ਅਤੇ ਮਨਜੋਤ ਕੌਰ। ਮੈਮ ਬਿੰਦੂ ਬਰਾੜ ਹੁਣਾਂ ਦਾ ਆਪਣਾ ਇੱਕ ਤਜਰਬਾ ਹੈ ਕਿ ਉਹਨਾਂ ਨੇ ਜ਼ਿੰਦਗੀ ਦੇ ਉਸ ਸਮੇਂ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਜਦੋਂ ਕਿ ਬਰਾੜ ਸਾਹਿਬ ਇਸ ਦੁਨੀਆ 'ਤੇ ਨਹੀਂ ਰਹੇ ਸੀ, ਅਤੇ ਭਾਬੀ ਮਨਜੋਤ ਉਹਨਾਂ ਨੇ ਆਪਣੀ ਇੱਕ ਬਹੁਤ ਚੰਗੀ ਨੌਕਰੀ ਛੱਡ ਕੇ ਆਪਣਾ ਕਿੱਤਾ ਸ਼ੁਰੂ ਕੀਤਾ, ਜਿਹੜਾ ਕਿ ਬਹੁਤ ਸਾਰੀਆਂ ਕੁੜੀਆਂ ਕਰਨ ਤੋਂ ਡਰਦੀਆਂ ਨੇ। ਉਹਨਾਂ ਨੂੰ ਲੱਗਦਾ ਹੁੰਦਾ ਕਿ ਜੇ ਨੌਕਰੀ ਹੈ ਤਾਂ ਉਹ ਇੱਕ ਸੌਖਾ ਢੰਗ ਆ ਪੈਸਾ ਕਮਾਉਣ ਦਾ, ਪਰ ਜਿਨ੍ਹਾਂ ਕੁੜੀਆਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਲਈ ਇਹ ਇੱਕ ਉਦਾਹਰਨ ਨੇ ਕਿ ਤੁਸੀਂ ਸਾਰੀ ਉਮਰ ਸਿਰਫ ਨੌਕਰੀ ਦੀ ਝਾਕ 'ਚ ਨਹੀਂ ਬੈਠੇ ਰਹਿ ਸਕਦੇ। ਜੇਕਰ ਤੁਹਾਡੇ ਕੋਲ ਕੋਈ ਅਜਿਹਾ ਹੁਨਰ ਆ ਜਿਹਨੂੰ ਤੁਸੀਂ ਯੂਜ਼ ਕਰਕੇ ਪੈਸੇ ਕਮਾ ਸਕਦੇ ਹੋ ਤਾਂ ਤੁਹਾਨੂੰ ਉਹਦੇ 'ਚ ਵੀ ਜ਼ਰੂਰ ਜਾਣਾ ਚਾਹੀਦਾ, ਨਹੀਂ ਸੋਚਣਾ ਚਾਹੀਦਾ ਕਿ ਤੁਹਾਡਾ ਆਲਾ ਦੁਆਲਾ ਕੀ ਸੋਚੇਗਾ। ਦੋਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਦੋਨਾਂ ਕੋਲ ਬਹੁਤ ਖੂਬਸੂਰਤ ਤਜਰਬੇ ਨੇ। ਉਮੀਦ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਬਹੁਤ ਵਧੀਆ, ਤੁਸੀਂ ਦੱਸੋ?
ਮੈਨੂੰ ਲੱਗਦਾ ਮੈਂ ਨਾ ਐਕਸਾਈਟਮੈਂਟ 'ਚ ਜ਼ਿਆਦਾ ਗੱਲਾਂ ਕਰਦੀ ਹਾਂ। ਗੱਲਾਂ ਕਰਨੀਆਂ ਆਏ ਆਪਾਂ, ਪ੍ਰੋਗਰਾਮ ਹੀ ਆਪਣਾ ਹੈ, ਕੋਈ ਚੱਕਰ ਨਹੀਂ। ਸਹੀ ਗੱਲ ਆ ਹਾਂ ਮੈਮ। ਜਿਵੇਂ ਆਪਾਂ ਜਦੋਂ ਸ਼ੁਰੂਆਤ 'ਚ ਬੈਠੇ ਸੀ ਨਾ, ਆਪਾਂ ਗੱਲ ਕਰ ਰਹੇ ਸੀ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਏਜ ਦੇ ਉਸ ਸਟੇਜ 'ਤੇ ਜਾ ਕੇ ਕੰਮ ਕਰਨਾ ਪੈਂਦਾ ਜਦੋਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਹੁਣ ਮੇਰੇ ਲਈ ਪੋਸੀਬਲ ਨਹੀਂ ਹੈਗਾ, ਹੈ ਨਾ। ਹਾਂਜੀ। ਤੁਸੀਂ ਵੀ ਜਦੋਂ ਬਰਾੜ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਤਾਂ ਉਸ ਪਲ ਮਤਲਬ ਕਿਤੇ ਨਾ ਕਿਤੇ ਪੈਸੇ ਲਈ ਵੀ ਜ਼ਰੂਰੀ ਹੋ ਜਾਂਦਾ ਹੈ, ਪਰ ਕਿਤੇ ਨਾ ਕਿਤੇ ਸਾਡੇ ਆਪਣੇ ਲਈ ਵੀ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜਦੋਂ ਆਪਾਂ ਪੱਕੇ ਤੌਰ 'ਤੇ ਘਰ ਨਾਲ ਜੁੜ ਜਾਂਦੇ ਹਾਂ, ਮੈਨੂੰ ਲੱਗਦਾ ਕਿ ਉਹ ਚੀਜ਼ ਤੁਹਾਡੀ ਮਾਨਸਿਕਤਾ 'ਤੇ ਬਹੁਤ ਅਸਰ ਪਾਉਂਦੀ ਆ, ਹੈ ਨਾ। ਉਹਨਾਂ ਤੋਂ ਪਹਿਲਾਂ ਤੁਸੀਂ ਕਦੀ ਸੋਚਿਆ ਸੀਗਾ, ਜਿਵੇਂ ਤੁਸੀਂ ਪੜ੍ਹੇ ਲਿਖੇ ਸੀ, ਵੀ ਮੇਰੇ ਲਈ ਨੌਕਰੀ ਕਰਨੀ ਜ਼ਰੂਰੀ ਹੈ ਜਾਂ ਮੈਂ ਨੌਕਰੀ ਕਰਾਂ, ਇਹ ਇੱਛਾ ਕਦੇ ਹੋਈ ਸੀ ਤੁਹਾਡੀ? ਹਾਂ ਰੁਪਿੰਦਰ, ਬਿਲਕੁਲ ਵੀ ਨਹੀਂ, ਕਦੇ ਵੀ ਨਹੀਂ। ਐਕਚੁਅਲੀ ਬਚਪਨ ਮੇਰਾ ਬਹੁਤ ਵਧੀਆ ਗਿਆ। ਮੈਂ ਘਰ 'ਚ ਛੋਟੀ ਸੀ ਸਭ ਤੋਂ, ਮੈਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀ ਤੁਹਾਨੂੰ, ਜਿਹਨੂੰ ਲਾਡਲੀ ਕਹਿੰਦੇ ਆ। ਫਿਰ ਹੋਸਟਲ ਦੀ ਸਟੱਡੀ, ਕਾਲਜ 'ਚ ਗਈ ਤਾਂ ਹੋਸਟਲ, ਉਹ ਵੀ ਬੜੀ ਵਧੀਆ ਲਾਈਫ। ਅਤੇ ਉਦੋਂ ਵੀ ਇੱਦਾਂ ਸੀ ਕਿ ਸਾਡੇ ਵਾਲੀ ਜਨਰੇਸ਼ਨ, ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਕਿ ਸਾਨੂੰ ਤਾਂ ਇਸ ਕਰਕੇ BA ਕਰਾਈ ਜਾਂਦੀ ਸੀ ਕਿ ਰਿਸ਼ਤਾ ਵਧੀਆ ਮਿਲ ਜੂ, ਬਾਹਰ ਚੱਲ ਜੂ ਕੁੜੀ ਜਾਂ ਕੁਛ, ਬਸ ਇੱਥੋਂ ਤੱਕ। ਬਾਕੀ ਕੁਛ ਆਪਦਾ ਵੀ ਹੁੰਦਾ ਹੈ, ਕੋਈ ਸ਼ੌਕ ਹੈ ਜਾਂ ਨਹੀਂ, ਬਟ ਉਹ ਸੋਚਿਆ ਹੀ ਨਹੀਂ ਸੀ ਕਦੇ ਮੈਂ ਤਾਂ ਇਸ ਬਾਰੇ ਕਿ ਮੈਨੂੰ ਕਦੇ ਮਿਹਨਤ ਕਰਨੀ ਪੈਣੀ ਹੈ ਜਾਂ ਮੈਨੂੰ ਕਦੇ ਜੌਬ ਕਰਨੀ ਪਊਗੀ। ਉਸ ਤੋਂ ਬਾਅਦ ਮਤਲਬ ਵਿਆਹ ਤੋਂ ਬਾਅਦ ਵੀ ਬਹੁਤ ਵਧੀਆ ਲਾਈਫ, ਫਿਰ ਵੀ ਮੈਨੂੰ ਜ਼ਰੂਰਤ ਹੀ ਨਹੀਂ ਮਹਿਸੂਸ ਹੋਈ ਕਦੇ, ਕਦੇ ਵੀ ਨਹੀਂ। ਪਤਾ ਫਿਰ ਸਭ ਦੇ ਸਾਹਮਣੇ ਹੀ ਹੈ, ਸਾਡੀ ਲਾਈਫ ਹਿਸਟਰੀ ਤਾਂ ਇੱਕ ਖੁੱਲ੍ਹੀ ਕਿਤਾਬ ਹੈ। ਮੈਂ ਹਰ ਵਾਰੀ ਕਹਿੰਦੀ ਹੁੰਦੀ, ਸਭ ਦੇ ਸਾਹਮਣੇ ਕੀ ਕੁਛ ਹੋਇਆ। ਤਾਂ ਇੱਕਦਮ ਜਦੋਂ ਕਿਸਮਤ ਨੇ ਪਲਟਾ ਮਾਰਿਆ, ਤਾਂ ਨਾ ਤਾਂ ਮੇਰੀ ਉਦੋਂ ਏਜ ਸੀ ਕਿ ਮੈਂ ਕੋਈ ਜੌਬ ਕਰ ਸਕਾਂ, ਨਾ ਮੇਰੇ ਕੋਲ ਕੁਛ, ਮੇਰੇ ਹੱਥ 'ਚ ਕੋਈ ਐਡੀ ਵੱਡੀ ਡਿਗਰੀ ਸੀ ਕਿ ਮੈਨੂੰ ਆਰਾਮ ਨਾਲ ਕੋਈ ਮੈਂ ਆਪਣਾ ਹੀ ਕਰ ਸਕਦੀ ਕੰਮ। ਤਾਂ ਮੈਂ ਉਸ ਵਕਤ ਬਹੁਤ ਮਤਲਬ ਅਪਸੈਟ ਸੀ, ਸਿਰਫ ਇਸ ਕਰਕੇ ਕਿ ਕਾਸ਼, ਉਦੋਂ ਮੈਂ ਸੋਚਿਆ ਕਿ ਮੈਂ ਕਾਸ਼ ਪਹਿਲਾਂ ਕੋਈ ਜੌਬ ਕੀਤੀ ਹੁੰਦੀ ਜਾਂ ਕੰਮ ਕਰਨ ਦੀ ਆਦਤ ਹੁੰਦੀ ਮੈਨੂੰ, ਤਾਂ ਮੈਂ ਸ਼ਾਇਦ ਉਦੋਂ ਇੰਨੀ ਨਾ ਦੁਖੀ ਹੁੰਦੀ। ਚਲੋ ਜਿਹੜਾ ਘਾਟਾ ਪਿਆ ਸੀ ਉਹ ਤਾਂ ਦੁਖੀ ਹੋਣਾ ਹੀ ਹੁੰਦਾ ਇਨਸਾਨ ਨੇ। ਬਟ ਉਸ ਤੋਂ ਬਾਅਦ ਫਿਰ ਅਪਸੈਟ ਹੋਣ ਦੇ ਨਾਲ ਨਾਲ ਤੁਸੀਂ, ਜਦੋਂ ਤੁਹਾਡੇ ਕੋਲ ਫਾਈਨੈਂਸ਼ਲੀ ਪ੍ਰੋਬਲਮਸ ਆ ਨਾ, ਅਤੇ ਤੁਹਾਡਾ ਕੋਈ ਵੀ ਦੁੱਖ ਹੋਰ ਛੋਟਾ ਪੈ ਜਾਂਦਾ, ਇਹ ਚੀਜ਼ ਤੁਹਾਡੇ ਅੱਗੇ ਬਹੁਤ ਵੱਡੀ ਹੋ ਜਾਂਦੀ ਆ। ਬਾਕੀ ਦੁੱਖ ਤਾਂ ਪਿੱਛੇ ਰਹਿ ਜਾਂਦੇ ਆ। ਫਿਰ ਮੈਂ ਉਦੋਂ ਜੌਬ ਵੀ ਕੀਤੀ ਜਿੰਨੀ ਕੁ ਕਰ ਸਕਦੀ ਸੀ। ਫਿਰ ਮੈਂ ਬੁਟੀਕ ਓਪਨ ਕੀਤਾ, ਉਹਦੇ 'ਚ ਵੀ ਮਤਲਬ ਚਲੋ ਕੀਤਾ। ਪਰ ਉਸ ਟਾਈਮ 'ਤੇ ਮੇਨ ਗੱਲ ਤਾਂ ਆਪਾਂ ਆਵਾਂਗੇ ਕਿ ਉਹ ਮੇਰੀ ਲਾਈਫ ਹਿਸਟਰੀ ਤਾਂ ਚਲੋ ਸਭ ਨੂੰ ਪਤਾ ਹੀ ਹੈ, ਕਿ ਮੈਨੂੰ ਇਹ ਸੀ ਕਿ ਜੇ ਮੈਂ ਆਪਣੇ ਆਪ ਨੂੰ ਕੰਮ ਕਰਨ ਦੀ ਆਦਤ ਪਹਿਲਾਂ ਪਾਈ ਹੁੰਦੀ ਤਾਂ ਸ਼ਾਇਦ ਮੈਂ ਉਦੋਂ ਇੰਨੀ ਦੁਖੀ ਨਾ ਹੁੰਦੀ। ਮੈਂ ਪਹਿਲਾਂ ਕੰਮ ਕਰਦੀ ਹੁੰਦੀ ਤਾਂ ਫਿਰ ਮੇਰਾ ਫਾਈਨੈਂਸ਼ਲੀ ਹਾਲਤ ਵੀ ਠੀਕ ਹੁੰਦੀ, ਮੈਂ ਖੁਦ ਵੀ ਸ਼ਾਇਦ ਥੋੜ੍ਹਾ ਸਟੇਬਲ ਰਹਿੰਦੀ। ਜਿਹੜਾ ਹੁਣ ਤੱਕ ਮੈਡੀਕੇਸ਼ਨ 'ਤੇ ਆ ਮੈਂ, ਉਹ ਸ਼ਾਇਦ ਨਾ ਹੁੰਦੀ। ਇਹੀ ਚੀਜ਼ ਆ ਵੀ ਮੈਨੂੰ ਲੱਗਦਾ ਵੀ ਕਈ ਵਾਰੀ ਨਾ ਮਸਲੇ ਬਹੁਤ, ਮਤਲਬ ਤੁਹਾਡਾ ਤਾਂ ਚਲੋ ਹਾਦਸਾ ਬਹੁਤ ਵੱਡਾ ਸੀਗਾ, ਪਰ ਮਸਲੇ ਬਹੁਤ ਛੋਟੇ ਹੁੰਦੇ ਨੇ। ਪਰ ਜਦੋਂ ਅਸੀਂ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹੁੰਦੇ, ਜਾਂ ਕੁੜੀਆਂ ਨੂੰ ਇਹ ਲੱਗਦਾ ਕਿ ਹੁਣ ਇੱਕਦਮ ਜ਼ਿੰਦਗੀ ਰੁਕ ਗਈ, ਹੈ ਨਾ, ਅਤੇ ਖਰਚਿਆਂ ਲਈ ਅਸੀਂ ਉਸ ਤੋਂ ਵੀ ਜ਼ਿਆਦਾ ਮਤਲਬ ਚਿੰਤਿਤ ਹੋ ਜਾਂਦੇ ਹਾਂ, ਬੱਚੇ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ, ਫਿਰ ਮੈਨੂੰ ਲੱਗਦਾ ਤੁਹਾਡਾ ਦੁੱਖ ਬਹੁਤ ਵੱਡਾ ਹੋ ਜਾਂਦਾ ਨਾ। ਅਤੇ ਜਿਹੜੀਆਂ ਕੁੜੀਆਂ ਪਹਿਲਾਂ ਹੀ ਕੋਈ ਕੰਮ ਕਰਦੀਆਂ ਨੇ, ਸ਼ਾਇਦ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਫੇਸ ਕਰਨੀਆਂ ਪੈਂਦੀਆਂ, ਕਿਉਂਕਿ ਹਰੇਕ ਤੁਹਾਡਾ ਆਲਾ ਦੁਆਲਾ ਵੀ ਤੁਹਾਨੂੰ ਧੀਰਜ ਦਿੰਦਾ ਵੀ ਨਹੀਂ, ਚਲੋ ਤੂੰ ਕਮਾਉਣੀ ਆ, ਤੇਰੇ ਲਈ ਇੰਨਾ ਵੱਡਾ ਮਸਲਾ ਨਹੀਂ, ਹੈ ਨਾ। ਤਾਂ ਮੈਂ ਬਾਅਦ 'ਚੋਂ ਤੁਹਾਨੂੰ ਫਿਰ ਬਹੁਤ ਔਖਾ ਲੱਗਿਆ ਉਹ, ਹੈ ਨਾ। ਬਹੁਤ ਹੀ ਔਖਾ, ਕਿਉਂਕਿ ਮੈਨੂੰ ਕੰਮ ਕਰਨ ਦੀ ਆਦਤ ਨਹੀਂ ਸੀ। ਮੈਂ ਫਿਰ 1.5 ਸਾਲ ਕੈਨੇਡਾ ਵੀ ਲਾ ਕੇ ਆਈ। ਮੈਂ ਉੱਥੇ ਵੀ ਵੈਸੇ ਮੈਂ ਹਿੰਮਤ ਨਹੀਂ ਹਾਰੀ, ਜਿਹੜੀ ਸਭ ਤੋਂ ਵੱਡੀ ਮੈਨੂੰ ਆਪਣੇ ਆਪ ਦਾ ਚੰਗਾ ਲੱਗਦਾ ਕਿ ਮੈਂ ਫਿਰ ਹਿੰਮਤ ਨਹੀਂ ਸੀ ਹਾਰੀ। ਮੈਨੂੰ ਮੇਰੇ ਬੱਚੇ ਦੇਖ ਰਹੇ ਸੀ। ਅਸੀਂ ਕੈਨੇਡਾ ਚਲੇ ਗਏ। ਮੈਂ ਉੱਥੇ ਜਾ ਕੇ ਜਿੰਨੇ ਮੈਂ ਕਦੇ ਪਾਣੀ ਦਾ ਗਲਾਸ ਵੀ ਨਹੀਂ ਸੀ ਪੀਤਾ, ਵੈਸੇ ਚਾਹੀਦਾ ਨਹੀਂ ਇੱਦਾਂ ਹੋਣਾ। ਉੱਥੇ ਜਾ ਕੇ ਮੈਂ ਫੈਕਟਰੀਆਂ 'ਚ ਕੰਮ ਕੀਤਾ। ਫੈਕਟਰੀਆਂ 'ਚ ਮਤਲਬ ਉਹ ਕਿ ਕੱਪੜੇ ਕੱਟਣੇ ਹੁੰਦੇ ਸੀ, ਬਹੁਤ ਢੇਰਾਂ ਦੇ ਢੇਰ। ਕੈਨੇਡਾ ਵਾਲਿਆਂ ਨੂੰ, ਬਾਹਰਲਿਆਂ ਨੂੰ ਤਾਂ ਸ਼ਾਇਦ ਸਾਰਿਆਂ ਨੂੰ ਪਤਾ ਹੋਣਾ ਕਿ ਇਹੋ ਜਿਹੇ ਕੰਮ ਆ ਫੈਕਟਰੀਆਂ ਦੇ। ਕੱਪੜੇ ਕੱਟਣੇ ਤਾਂ ਮਤਲਬ ਬਹੁਤ ਗੰਦੇ ਵੀ ਹੁੰਦੇ ਸੀ, ਚੰਗੇ ਵੀ ਹੁੰਦੇ ਸੀ ਉਹਨਾਂ 'ਚੋਂ। ਅਤੇ ਈਵਨ ਆਪਣੇ ਜਿਹੜੀ ਇੰਡੀਅਨ ਉੱਥੇ ਸੀਗੀਆਂ ਆਂਟੀਆਂ ਸੀ ਬੜੀਆਂ, ਵਿਚਾਰੇ ਸਭ ਨੂੰ ਪਤਾ ਸੀ ਮੈਂ ਕੌਣ ਆ। ਤਾਂ ਉਹ ਮੈਨੂੰ ਬੜਾ ਪਿਆਰ ਕਰਦੀ। ਉਹਨਾਂ 'ਚ ਇੱਕ ਨਸੀਬ ਆਂਟੀ ਸੀਗੀ, ਮੈਂ ਸੱਚੀ ਉਹਨਾਂ ਨੂੰ ਅੱਜ ਵੀ ਮਿਸ ਕਰਦੀ। ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀ। ਉਹ ਮੈਨੂੰ ਕਿਹਾ ਕਰਨ, ਧੀਏ ਤੂੰ ਕਿੱਥੇ ਫਸ ਗਈ, ਤੂੰ ਇਹਨਾਂ ਕੰਮਾਂ ਲਈ ਨਹੀਂ ਬਣੀ। ਐਕਚੁਅਲੀ ਮੈਂ ਇਮੋਸ਼ਨਲ ਹੋ ਜਾਂਦੀ ਹਾਂ ਉਹ ਯਾਦ ਕਰਕੇ। ਦਿਨ ਮੈਂ ਯਾਦ ਨਹੀਂ ਕਰਨਾ ਚਾਹੁੰਦੀ। ਅੱਜ ਆਪਾਂ ਹੋਰ ਕਿਸੇ ਟੌਪਿਕ 'ਤੇ ਗੱਲ ਕਰ ਰਹੇ ਹਾਂ।
ਤਾਂ ਪਰ ਇਹ ਸੀ ਕਿ ਮੈਂ ਫਿਰ ਹਿੰਮਤ ਨਹੀਂ ਆ ਰਹੀ, ਮੈਨੂੰ ਇਹ ਸੀ ਕਿ ਜੇ ਮੈਂ ਪਹਿਲਾਂ ਕੰਮ ਕਰਦੀ ਹੁੰਦੀ, ਕੋਈ ਜੋਬ ਮੇਰੇ ਕੋਲ ਹੁੰਦੀ, ਜਾਂ ਮੇਰੀ ਹੈ ਨਾ ਉਨੀ ਕੁਆਲੀਫਿਕੇਸ਼ਨ ਉਹ ਵਾਲੀ ਹੁੰਦੀ ਕਿ ਮੈਂ ਉਦੋਂ ਹੀ ਕਿਸੇ ਵੱਡੀ ਜੋਬ 'ਤੇ ਹੁੰਦੀ, ਤਾਂ ਮੈਨੂੰ ਸ਼ਾਇਦ ਨਾ ਪ੍ਰੋਬਲਮ ਆਉਂਦੀ। ਪਰ ਮੈਂ ਉੱਥੇ ਹਿੰਮਤ ਨਹੀਂ ਹਾਰੀ, ਮੇਰੀ ਇਹੀ ਚੀਜ਼ ਵਧੀਆ ਹੈ। ਮੈਂ ਫੈਕਟਰੀਆਂ 'ਚ ਵੀ ਕੰਮ ਕੀਤਾ, ਸਵੇਰੇ 4 ਵਜੇ ਉੱਠ ਕੇ ਬਰਫਾਂ ਜਾਣਾ, ਉਹ ਇਸ ਏਜ 'ਚ ਜਦੋਂ ਅਸੀਂ ਇੱਕ ਜਿਵੇਂ ਸਟੂਡੈਂਟ ਲਾਈਫ ਆ ਜਾਂ ਕੁਛ ਆ, ਉਦੋਂ ਅਸੀਂ ਜਾਂਦੇ ਨਾ, ਉਦੋਂ ਸਾਡੇ 'ਚ ਇੱਕ ਹਿੰਮਤ ਹੁੰਦੀ ਹੈ, ਸਾਡੀ ਸਿਹਤ ਵੀ ਹੁੰਦੀ ਹੈ ਕੰਮ ਕਰਨ ਦੀ। ਤਾਂ ਇੱਕਦਮ ਐਸ ਏਜ 'ਚ 40+ ਹੋ ਕੇ ਤੁਸੀਂ ਉੱਥੇ ਕੰਮ ਕਰ ਰਹੇ ਹੋ, ਤਾਂ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਜਿਹਨੇ ਕਦੀ ਵੀ ਨਾ ਕੀਤਾ ਹੋਵੇ ਕੰਮ ਉਹਦੇ ਲਈ। ਈਵਨ ਆਪਣੇ ਬਜ਼ੁਰਗ ਬਹੁਤ ਕੰਮ ਕਰਦੇ ਉੱਥੇ, ਪਰ ਮੈਨੂੰ ਲੱਗਦਾ ਹੁੰਦਾ ਉਹਨਾਂ ਨੇ ਕੀਤਾ ਪਹਿਲਾਂ, ਸ਼ਾਇਦ ਉਹ ਬੜੇ ਈਜ਼ੀਲੀ ਕਰਦੇ ਸੀਗੇ ਉੱਥੇ ਸਾਰੇ ਜਾਣੇ। ਤਾਂ ਮੈਨੂੰ ਆਪਦੀ ਸਟੋਰੀ ਸੁਣਾਉਣ ਨਾਲੋਂ ਮੈਂ ਸਮਝੂੰਗੀ ਕਿ ਆਪਾਂ ਗੱਲ ਨੂੰ ਅੱਗੇ ਵਧਾਈਏ, ਹੈ ਨਾ। ਅਤੇ ਮਤਲਬ ਨਹੀਂ ਤਾਂ ਮੈਂ ਜ਼ਿਆਦਾ ਇਮੋਸ਼ਨਲ ਹੋ ਜਾਊਂਗੀ, ਫਿਰ ਮੈਂ ਬਾਅਦ 'ਚ ਫਿਰ ਕਰਦੀ ਪਲੀਜ਼। ਨਹੀਂ, ਪਰ ਮੈਨੂੰ ਲੱਗਦਾ ਵੀ ਇਹ ਚੀਜ਼ ਤਾਂ ਨਾ ਸੱਚੀ ਬਹੁਤ ਸਾਰੇ ਲੋਕਾਂ ਨੂੰ ਹੁਣ ਵੀ ਮਤਲਬ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਜਦੋਂ ਅਸੀਂ ਇੱਕ ਪੜ੍ਹੇ ਲਿਖੇ ਬੱਚੇ ਨੂੰ ਮਤਲਬ ਯੂਟੀਲਾਈਜ਼ ਨਹੀਂ ਕਰਦੇ, ਉਹਨੂੰ ਅਸੀਂ ਘਰੇ ਬਿਠਾ ਲੈਂਦੇ ਹਾਂ ਨਾ, ਤਾਂ ਮਤਲਬ ਜ਼ਿੰਦਗੀ ਦਾ ਕੋਈ ਵੀ ਵਰਕ ਆ ਇਹ ਨਹੀਂ ਕਿ ਤੁਸੀਂ ਪਹਿਲਾਂ ਪੜ੍ਹਿਆ ਹੁੰਦਾ, ਤੁਹਾਡੇ ਲਈ ਨਵਾਂ ਹੀ ਹੁੰਦਾ। ਅਤੇ ਇਹੋ ਜਿਹੀਆਂ ਚੀਜ਼ਾਂ ਜਦੋਂ ਵਾਪਰਦੀਆਂ ਨੇ ਤਾਂ ਸੱਚੀ ਬਹੁਤ ਵੱਡੀਆਂ ਹੁੰਦੀਆਂ ਨੇ। ਭਾਬੀ ਤੁਸੀਂ ਜਿਵੇਂ ਬਹੁਤ ਚੰਗੀ ਨੌਕਰੀ ਕਰਦੇ ਸੀ, ਹੈ ਨਾ, ਅਤੇ ਖਾਸ ਕਰਕੇ ਜਦੋਂ ਮੈਂ ਆਪਣੇ ਵਰਗੀਆਂ ਕੁੜੀਆਂ ਦੀ ਵੀ ਗੱਲ ਕਰਾਂ ਤਾਂ ਸਾਨੂੰ ਵੀ ਇਹੀ ਹੁੰਦਾ ਵੀ ਪੜ੍ਹਨ ਲਿਖਣਾ ਮਤਲਬ ਸਿਰਫ ਨੌਕਰੀ ਕਰਨਾ, ਹੈ ਨਾ। ਅਤੇ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਸਿਰਫ ਨੌਕਰੀ ਦੀ ਝਾਕ 'ਚ ਰਹਿੰਦੀਆਂ ਨੇ, ਉਹਨਾਂ ਨੂੰ ਲੱਗਦਾ ਵੀ ਜੇ ਨੌਕਰੀ ਨਹੀਂ ਮਿਲੀ ਤਾਂ ਹੋਰ ਕੋਈ ਕੰਮ ਨਹੀਂ ਕਰਨਾ ਨਾ। ਪਰ ਤੁਸੀਂ ਇੱਕ ਚੰਗੀ ਨੌਕਰੀ ਛੱਡੀ, ਫਿਰ ਤੁਸੀਂ ਪਿੰਡ ਗਏ, ਅਤੇ ਹੁਣ ਤੁਸੀਂ ਪਿੰਡ 'ਚ ਬੈਠ ਕੇ ਕਿੰਨਾ ਚੰਗਾ ਬਿਜ਼ਨਸ ਕਰ ਰਹੇ ਹੋ ਨਾ, ਜਿਵੇਂ ਬੁਟੀਕ। ਅੱਜ ਕੱਲ੍ਹ ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਜ਼ਿਆਦਾ, ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਕਮਾਈ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਕੰਮਾਂ 'ਚ ਹੈਗੀ ਆ, ਹੈ ਨਾ, ਕਿਉਂਕਿ ਲੋਕ ਤੁਹਾਨੂੰ ਘਰੇ ਬੈਠੇ ਡਿਜ਼ਾਈਨ ਪਸੰਦ ਕਰਦੇ ਆ, ਔਡਰ ਦਿੰਦੇ ਆ ਤੁਸੀਂ ਕੱਪੜੇ। ਅਤੇ ਤੁਹਾਨੂੰ ਨਹੀਂ ਐਂ ਡਰ ਲੱਗਿਆ ਵੀ ਮੈਂ ਇੱਕ ਚੰਗੀ ਜੋਬ ਕੁਇਟ ਕਰਕੇ ਫਿਰ ਮੈਂ ਆਪਣੇ ਕਿੱਤੇ ਵਾਲਾ ਰਿਸਕ ਕਾਹਤੋਂ ਲਵਾਂ? ਪਤਾ ਕੀ ਹੈ ਭੈਣ, ਜਦੋਂ ਤੋਂ ਮਤਲਬ ਮੈਂ ਯੂਨੀਵਰਸਿਟੀ ਪੜ੍ਹਨ ਲੱਗੀ ਅਤੇ ਮੇਰੇ ਮੰਮੀ ਹੁਣਾਂ ਦਾ ਜੋ ਮੈਂ ਸਿੱਖਦੀ ਆ ਰਹੀ ਹਾਂ ਉਹਨਾਂ ਤੋਂ, ਹੈ ਨਾ, ਜਾਂ ਘਰ ਦੇ ਕੁਛ ਇੱਦਾਂ ਦੇ ਹਾਲਾਤ ਸੀਗੇ ਵੀ ਸਾਡੇ ਮਾਮਾ ਜੀ ਨੇ ਸਾਨੂੰ ਪੜ੍ਹਾਇਆ ਲਿਖਾਇਆ, ਹੈ ਨਾ, ਮੇਰੇ ਫਾਦਰ ਠੀਕ ਨਹੀਂ ਸੀ ਰਹਿੰਦੇ, ਹੈ ਨਾ, ਅਤੇ ਮੰਮੀ ਨੇ ਵੀ ਕਹਿਣਾ ਜੇ ਮੈਂ ਪੜ੍ਹੀ ਲਿਖੀ ਹੁੰਦੀ ਤਾਂ ਮੈਂ ਆਪਦੇ ਘਰ ਨੂੰ ਆਪ ਤੋਰਦੀ, ਮੈਂ ਤੁਹਾਡੀ ਕਮਾਈ ਦਾ ਤੁਹਾਡੇ 'ਤੇ ਆਪਦੀ ਕਮਾਈ ਲਾਉਂਦੀ, ਤੁਹਾਨੂੰ ਪੜ੍ਹਾਉਂਦੀ ਲਿਖਾਉਂਦੀ, ਹੈ ਨਾ। ਅਤੇ ਉਹ ਚੀਜ਼ ਪਹਿਲਾਂ ਤੋਂ ਹੀ ਦਿਮਾਗ 'ਚ ਆ ਗਈ ਵੀ ਪੜ੍ਹ ਲਿਖ ਕੇ ਕੁਛ ਬਣਨਾ, ਕੁਛ ਕਰਨਾ, ਐਟਲੀਸਟ ਆਪਦੇ ਲਈ ਕਰ ਲਈਏ, ਹੈ ਨਾ। ਅਤੇ ਉਦੋਂ ਬਾਅਦ 'ਚ ਫਿਰ ਜਦੋਂ ਮੇਰੀ ਗ੍ਰੈਜੂਏਸ਼ਨ ਖਤਮ ਹੋਈ, ਮੈਨੂੰ ਇਹ ਲੱਗਾ ਵੀ ਮੇਰੀ ਡਿਜ਼ਾਇਨਿੰਗ ਦੇ ਵਿੱਚ ਹੱਥ ਚੰਗਾ, ਸਟਿਚਿੰਗ ਦੇ ਵਿੱਚ, ਡਿਜ਼ਾਇਨਿੰਗ ਦੇ ਵਿੱਚ ਨਾ, ਵੀ ਮੈਂ ਐਮਐਸਸੀ ਦੇ ਨਾਲ ਹੀ ਮੈਂ ਆਪਣਾ ਕੰਮ ਸ਼ੁਰੂ ਕਰਤਾ ਸੀਗਾ। ਔਨਲਾਈਨ ਆਰਡਰ ਲੈਣੇ ਯੂਨੀਵਰਸਿਟੀ ਤੋਂ ਹੀ, ਹੈ ਨਾ, ਵੀ ਇੱਦਾਂ ਹੀ ਆਰਡਰ ਲੈਣੇ ਸ਼ੁਰੂ ਕਰਤੇ। ਮੇਰੀ ਉਦੋਂ ਇਹ ਸੋਚ ਹੁੰਦੀ ਸੀ ਵੀ ਜਦੋਂ ਮੈਂ ਐਮਐਸਸੀ ਕੰਪਲੀਟ ਕਰੂੰਗੀ ਉਦੋਂ ਤੱਕ ਮੇਰਾ ਕੰਮ ਉਸ ਲੈਵਲ 'ਤੇ ਪਹੁੰਚ ਜਾਊਗਾ ਤਾਂ ਜੋ ਮੈਂ ਇਹਨੂੰ ਡਿਗਰੀ ਖਤਮ ਹੁੰਦੀ ਇਹਨੂੰ ਕੰਟੀਨਿਊ ਕਰ ਸਕਾਂ, ਹੈ ਨਾ। ਪਤਾ ਨਹੀਂ ਪਹਿਲੇ ਦਿਨ ਤੋਂ ਹੀ ਇੱਦਾਂ ਜੋਬ ਦਾ ਹੁੰਦਾ ਸੀ, ਘਰਦਿਆਂ ਨੂੰ ਹੁੰਦਾ ਸੀ, ਪੇਰੈਂਟਸ ਨੂੰ ਹਮੇਸ਼ਾ ਹੀ ਹੁੰਦਾ ਵੀ ਸਾਡਾ ਬੱਚਾ ਪੜ੍ਹੇ ਲਿਖੇ ਅਤੇ ਕੋਈ ਨੌਕਰੀ ਕਰੇ, ਹੈ ਨਾ, ਅਤੇ ਉਹਨਾਂ ਨੂੰ ਹੁੰਦਾ ਸੀਗਾ ਅਤੇ ਮੈਨੂੰ ਵੀ ਸੀ। ਪਰ ਮੈਂ ਇਹ ਹਾਲਾਤ ਜ਼ਰੂਰ ਜਾਣਦੀ ਸੀ ਵੀ ਨੌਕਰੀਆਂ ਛੇਤੀ ਕਿਤੇ ਤਾਂ ਮਿਲਦੀਆਂ ਨਹੀਂ ਆ, ਅਤੇ ਮੈਂ ਬਿਲਕੁਲ ਹੀ ਨਹੀਂ ਸੀ ਚਾਹੁੰਦੀ ਵੀ ਮੈਂ ਪੜ੍ਹ ਲਿਖ ਕੇ ਕੁਛ ਸਮੇਂ ਲਈ ਵੀ ਘਰੇ ਵਿਹਲੀ ਬੈਠਾਂ। ਮੈਂ ਚਾਹੁੰਦੀ ਸੀ ਮੈਂ ਆਪਣਾ ਖਰਚਾ ਤੋਰਾਂ, ਖੁਦ ਕਰਾਂ, ਅਤੇ ਮੈਂ ਇਸੇ ਕਰਕੇ ਉਸ ਚੀਜ਼ ਨੂੰ ਐਮਐਸਸੀ 'ਚ ਸ਼ੁਰੂ ਕਰ ਲਿਆ ਸੀਗਾ। ਅਤੇ ਉਸ ਤੋਂ ਬਾਅਦ ਮੇਰੀ ਜੋਬ ਲੱਗ ਗਈ ਯੂਨੀਵਰਸਿਟੀ ਦੇ ਵਿੱਚ ਹੀ, ਹੈ ਨਾ, ਐਜ਼ ਅ ਰਿਸਰਚ ਅਸਿਸਟੈਂਟ, ਅਤੇ ਵਧੀਆ ਪ੍ਰੋਜੈਕਟ ਚੱਲ ਰਿਹਾ ਸੀ। ਫਿਰ ਲੋਕਡਾਊਨ ਹੋ ਗਿਆ, ਲੋਕਡਾਊਨ ਦੇ ਵਿੱਚ ਵੀ ਜਿਵੇਂ ਤਨਖਾਹ ਨਹੀਂ ਟਾਈਮ 'ਤੇ ਮਿਲਣੀ, ਕੰਮ ਔਨਲਾਈਨ ਚੱਲਦਾ ਰਿਹਾ, ਪਰ ਮੇਰਾ ਕੰਟੀਨਿਊ ਘਰੇ ਰਹਿਣ ਕਰਕੇ ਸ਼ਾਇਦ ਵੀ ਮੇਰਾ ਕੰਮ ਔਨਲਾਈਨ ਬੁਟੀਕ ਦਾ ਵੀ ਚੱਲੀ ਜਾ ਰਿਹਾ ਸੀਗਾ ਨਾਲ ਦੀ ਨਾਲ। ਲੋਕਡਾਊਨ ਕਰਕੇ ਥੋੜ੍ਹਾ ਠਰਮਾ ਤਾਂ ਪਿਆ ਉਸ ਚੀਜ਼ ਦੇ ਵਿੱਚ, ਪਰ ਉਹ ਕੰਟੀਨਿਊ ਚੱਲੀ ਜਾਂਦਾ ਸੀ। ਅਤੇ ਫਿਰ ਇੱਕ ਸਮਾਂ ਇੱਦਾਂ ਦਾ ਆਇਆ, ਸਾਨੂੰ ਇਹ ਲੱਗਾ ਵੀ ਪਿੰਡ ਚਲੇ ਜਾਣਾ ਚਾਹੀਦਾ। ਬਾਕੀ ਮੈਨੂੰ ਇਹ ਲੱਗਦਾ ਵੀ ਇਹ ਆਪਣੀ ਪਸੰਦ ਹੁੰਦੀ ਆ, ਕਿਸੇ ਨੂੰ ਸ਼ਹਿਰਾਂ ਦਾ ਮਾਹੌਲ ਪਸੰਦ ਹੁੰਦਾ, ਫੈਸਿਲਿਟੀਜ਼ ਪਸੰਦ ਹੁੰਦੀਆਂ ਨੇ, ਪਰ ਮੈਨੂੰ ਸ਼ਹਿਰ 'ਚ ਰਹਿਣ ਨਾਲੋਂ ਪਿੰਡ 'ਚ ਰਹਿਣਾ ਜ਼ਿਆਦਾ ਪਸੰਦ ਆ ਸ਼ੁਰੂ ਤੋਂ ਹੀ, ਵੀ ਮੈਨੂੰ ਪਿੰਡਾਂ ਦਾ ਮਾਹੌਲ ਜ਼ਿਆਦਾ ਚੰਗਾ ਲੱਗਦਾ, ਹੈ ਨਾ। ਫਿਰ ਮੈਂ ਇਹ ਸੋਚਿਆ ਵੀ ਨਹੀਂ, ਪਿੰਡ ਜਾ ਕੇ ਆਪਦਾ ਹੀ ਕੰਮ ਕੀਤਾ ਜਾਵੇ। ਅਸੀਂ ਪਿੰਡ ਚਲੇ ਗਏ, ਪ੍ਰੋਜੈਕਟ ਖਤਮ ਹੋ ਗਿਆ ਯੂਨੀਵਰਸਿਟੀ ਤੋਂ, ਹੈ ਨਾ, ਅਤੇ ਕੁਛ ਸਮਾਂ ਉਹਦੇ 'ਚ ਰਹਿੰਦਾ ਸੀ, 5 ਕੁ ਮਹੀਨੇ ਰਿਟਨ ਵਰਕ ਦੇਣ ਵਾਲਾ ਸੀਗਾ, ਅਤੇ ਮੈਂ ਉਹ ਕੁਇਟ ਕਰਤਾ, ਹੈ ਨਾ, ਵੀ ਨਹੀਂ ਹੁਣ ਮੈਂ ਆਪਣਾ ਕੰਮ ਹੀ ਘਰੇ ਬੈਠ ਕੇ ਕਰੂੰਗੀ, ਆਪਣੇ ਮੰਮੀ ਡੈਡੀ ਕੋਲ ਰਹਿ ਕੇ, ਹੈ ਨਾ। ਅਤੇ
ਉਸ ਤੋਂ ਬਾਅਦ ਇਦਾਂ ਦਾ ਮਾਹੌਲ ਵਧੀਆ ਬਣ ਗਿਆ ਵੀ ਕੰਮ ਆਉਂਦਾ ਸੀ ਪਿੰਡ 'ਚੋਂ, ਜਿਵੇਂ 4-5 ਕੁੜੀਆਂ ਦੇਖੀਆਂ ਵੀ ਜਿਹੜੀਆਂ ਵਧੀਆ ਸਟਿਚਿੰਗ ਕਰਦੀਆਂ ਨੇ ਹੈ ਨਾ, ਅਤੇ ਉਹਨਾਂ ਨੂੰ ਮੈਂ ਕਟਿੰਗ ਕਰਕੇ ਦੇ ਦੇਣੀ, ਡਿਜ਼ਾਈਨ ਦੇ ਦੇਣੇ, ਅਤੇ ਉਹ ਸਟਿਚ ਕਰ ਦਿੰਦੀਆਂ ਸੀਗੀਆਂ। ਮੈਨੂੰ ਇਹ ਲੱਗਾ ਵੀ ਮੈਂ ਇਕੱਲੀ ਕਿਉਂ ਕੰਮ ਕਰਾਂ, ਮੈਂ ਕਿਸੇ ਨੂੰ ਵੀ ਇੰਪਲੋਇਮੈਂਟ ਦੇਵਾਂ ਹੈ ਨਾ, ਵੀ ਕਿਸੇ ਦੀ ਕਮਾਈ ਦਾ ਸਾਧਨ ਵੀ ਬਣੇ। ਅਤੇ ਉਹ ਚੀਜ਼ ਕਰਕੇ ਬਾਕੀ ਇਹਦੇ 'ਚ ਤੁਹਾਡੀ ਫੈਮਿਲੀ ਦੀ ਸਪੋਰਟ ਬਹੁਤ ਇੰਪੋਰਟੈਂਟ ਹੁੰਦੀ ਆ, ਵੀ ਜੇ ਤੁਸੀਂ ਐਡਾ ਫੈਸਲਾ ਜੋਬ ਛੱਡਣ ਦਾ ਲੈ ਰਹੇ ਹੋ, ਕੀ ਤੁਹਾਡੇ ਮਾਂ ਪਿਓ ਤੁਹਾਡੇ ਨਾਲ ਖੜ੍ਹੇ ਆ, ਕੀ ਉਹਨਾਂ ਨੂੰ ਇਹ ਚੀਜ਼ ਸਹੀ ਲੱਗ ਰਹੀ ਆ, ਇਹ ਚੀਜ਼ ਮੇਨ ਹੈ। ਮੈਨੂੰ ਨਹੀਂ ਪਤਾ ਲੋਕ ਕੀ ਸੋਚਦੇ ਹੋਣਗੇ ਵੀ ਇਹਨੇ ਨੌਕਰੀ MSc ਕਾਹਦੀ ਖਾਤਰ ਕੀਤੀ ਸੀ ਜੇ ਜੋਬ ਹੀ ਨਹੀਂ ਕਰਨੀ, ਅਤੇ ਜਾਂ ਹੋ ਸਕਦਾ ਮੇਰੇ ਪੇਸ਼ੇ ਨੂੰ ਵੀ ਕਹਿ ਰਹੇ ਹੋਣ ਵੀ ਅੱਛਾ ਦਰਜੀ ਪੁਣਾ ਕਰਦੀ ਹੈ ਪਰ ਮੈਨੂੰ ਇਹ ਚੀਜ਼ ਦਾ ਫਰਕ ਨਹੀਂ ਪਿਆ। ਬਾਕੀ ਇਹ ਹੁੰਦਾ ਵੀ ਸਮੇਂ ਦੇ ਨਾਲ ਨਾਲ ਕੁਛ ਸਿੱਖਣਾ ਮੇਰੀ ਹਮੇਸ਼ਾ ਤੋਂ ਇੱਛਾ ਰਹੀ ਆ, ਵੀ ਮੈਂ ਕੁਛ ਨਵਾਂ ਸਿੱਖਾਂ ਅਤੇ ਕੁਛ ਵੱਖਰਾ ਕਰਾਂ, ਕੁਛ ਇਹੋ ਜਿਹਾ ਕਰਾਂ ਜਿਹੜਾ ਲੋਕਾਂ ਨੂੰ ਪਸੰਦ ਆਵੇ। ਤਾਂ ਕਰਕੇ ਮੇਰਾ ਇਹੀ ਰੀਝ ਰਹੀ ਵੀ ਮੈਂ ਜੋਬ ਨਹੀਂ ਕਰਨੀ 9 to 5 ਵਾਲੀ, ਅਤੇ ਮੈਂ ਆਪਣਾ ਕੰਮ ਕਰਨਾ ਜਿਹਦੇ 'ਚ ਮੈਂ ਆਪਣੇ ਘਰ 'ਚ ਵੀ ਧਿਆਨ ਦੇ ਸਕਾਂ ਅਤੇ ਮੈਂ ਆਪਣੇ ਕੰਮ ਨੂੰ ਵੀ ਧਿਆਨ ਦੇ ਸਕਾਂ। ਬਾਕੀ ਜਿਹੜੀ ਤੁਹਾਡੀ ਗੱਲ ਹੈ ਵੀ ਜਿਹੜਾ ਕੁੜੀਆਂ ਨੂੰ ਕਰਨਾ ਚਾਹੀਦਾ, ਇੰਡੀਪੈਂਡੈਂਟ ਹੋਣਾ ਚਾਹੀਦਾ, ਇਹ ਬਹੁਤ ਜ਼ਰੂਰੀ ਆ। ਇਹ ਸਮੇਂ ਦੇ ਨਾਲ ਸਾਨੂੰ ਇਹ ਸਿਖਾ ਦਿੰਦੀ ਆ ਵੀ ਅਸੀਂ ਅਪਡੇਟ ਹਾਂ, ਅਸੀਂ ਆਪਣੇ ਬੱਚਿਆਂ ਨੂੰ ਗਾਂਹ ਸਿਖਾ ਸਕਦੇ ਹਾਂ ਹੈ ਨਾ, ਵੀ ਜੇ ਅਸੀਂ ਅੱਜ ਜ਼ਿੰਦਗੀ 'ਚ ਕੁਛ ਸਿੱਖਾਂਗੇ, ਕੁਛ ਨਵਾਂ ਕਰਾਂਗੇ ਤਾਂ ਹੀ ਕੁਛ ਨਵਾਂ ਦੱਸ ਸਕਾਂਗੇ। ਜੇ ਘਰ 'ਚ ਬਹਿ ਜਾਵਾਂਗੇ, ਪੜ੍ਹੇ ਲਿਖੇ ਆਪਾਂ, ਬਾਹਰ ਅੰਦਰ ਰਹਿੰਦੇ ਸੀ, 100 ਆਈਡੀਆ ਆਪਣੇ ਦਿਮਾਗ 'ਚ ਆਉਂਦੇ ਨੇ ਬਾਹਰ ਅੰਦਰ ਰਹਿ ਕੇ ਹੈ ਨਾ, ਪਰ ਜਦੋਂ ਆਪਾਂ ਘਰ 'ਚ ਰਹਿ ਜਾਂਦੇ ਹਾਂ ਆਪਣੇ ਦਿਮਾਗ ਦੀਆਂ ਇੰਦਰੀਆਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹ ਘਰ ਤੱਕ ਹੀ ਰਹਿ ਜਾਂਦੀਆਂ। ਘਰਾਂ ਦੇ ਜੋ ਗੱਲਾਂ, ਮੰਨ ਲਓ ਕਿਸੇ ਦੇ ਘਰਾਂ 'ਚ ਦੁੱਖ ਕਲੇਸ਼ ਆ, ਲੜਾਈਆਂ ਨੇ, ਉਹ ਉਨੇ ਕੁ 'ਚ ਹੀ ਘੁੰਮਣ ਲੱਗ ਜਾਂਦਾ। ਬਿਲਕੁਲ ਮੈਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਕੁਛ ਖਾਸ ਸਿੱਖਦੇ ਨਹੀਂ ਘਰ 'ਚ ਬੈਠ ਕੇ। ਨਾਲੇ ਇੱਕ ਚੀਜ਼ ਮੈਨੂੰ ਇਹ ਵੀ ਲੱਗਦੀ ਆ ਵੀ ਜਿੰਨਾ ਕੁ ਮੇਰਾ ਤਜਰਬਾ ਨਾ ਆਪਣੇ ਆਪ ਨੂੰ ਲੈ ਕੇ ਵੀ ਜਦੋਂ ਤੁਸੀਂ ਸੱਚੀ ਤੁਸੀਂ ਘਰੇਲੂ ਹੁੰਦੇ ਹੋ, ਮੈਂ ਤਾਂ ਇਹ ਚਾਹੁੰਦੀ ਹਾਂ ਵੀ ਆਪਾਂ ਉਹਨਾਂ ਸਾਰੀਆਂ ਔਰਤਾਂ ਦੀ ਵੀ ਇੱਜ਼ਤ ਕਰੋ ਤੁਸੀਂ ਜਿਹੜੀਆਂ ਘਰਾਂ 'ਚ ਵੀ ਤੁਹਾਡੇ ਪਿੱਛੇ ਤੁਹਾਡਾ ਘਰ ਸੰਭਾਲ ਰਹੀਆਂ ਨੇ ਨਾ, ਪਰ ਜਦੋਂ ਤੁਸੀਂ ਘਰੇ ਹੁੰਦੇ ਹੋ ਤਾਂ ਮੈਨੂੰ ਲੱਗਦਾ ਵੀ ਸੱਚੀ ਤੁਹਾਨੂੰ ਉਹ ਇੱਜ਼ਤ ਨਹੀਂ ਮਿਲਦੀ ਜਿਹੜੀਆਂ ਕਿ ਕਮਾਊ ਔਰਤਾਂ ਨੂੰ ਮਿਲਦੀ ਆ ਹੈ ਨਾ, ਕਿਉਂਕਿ ਤੁਹਾਨੂੰ ਹਮੇਸ਼ਾ ਯਾਦ ਕਰਾਇਆ ਜਾਂਦਾ ਵੀ ਤੇਰੇ ਕੋਲ ਇਹ ਡਿਗਰੀ ਸੀ ਅਤੇ ਤੂੰ ਕੁਛ ਨਹੀਂ ਕੀਤਾ, ਤੂੰ ਆਹ ਕਰ ਸਕਦੀ ਸੀ ਪਰ ਤੂੰ ਕੁਛ ਨਹੀਂ ਕੀਤਾ। ਇੱਥੋਂ ਤੱਕ ਮੈਨੂੰ ਇਹ ਲੱਗਦਾ ਵੀ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲ ਜਾਂਦੀਆਂ ਵੀ ਫਿਰ ਤੂੰ ਮਾਂ ਪਿਓ ਦੇ ਇੰਨੀ ਪੜ੍ਹਾਈ 'ਤੇ ਪੈਸਾ ਕਿਉਂ ਲਵਾਇਆ। ਸਹੀ ਗੱਲ ਹੈ। ਤਾਂ ਉਹ ਚੀਜ਼ ਵੀ ਤੁਹਾਡੇ ਲਈ ਜ਼ਰੂਰੀ ਆ। ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਲੱਗਦੀ ਆ ਵੀ ਤੁਹਾਡੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਆ। ਜਦੋਂ ਆਪਾਂ ਘਰਾਂ 'ਚ ਹੁੰਦੇ ਹਾਂ ਤਾਂ ਘਰਾਂ 'ਚ ਬਹੁਤ ਸਾਰੀਆਂ ਚੀਜ਼ਾਂ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਇੰਨੀਆਂ ਵੱਡੀਆਂ ਸੋਚਦੇ ਰਹਿੰਦੇ ਹਾਂ ਸਾਰਾ ਦਿਨ, ਕਿਉਂਕਿ ਸਾਡੇ ਕੋਲ ਸੋਚਣ ਲਈ ਵਕਤ ਹੁੰਦਾ। ਤੁਸੀਂ ਯਕੀਨ ਮੰਨਿਓ ਕਿ ਜਦੋਂ ਮੈਂ ਇੰਨੇ ਸਾਲ ਬਾਅਦ ਨੌਕਰੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਇਹ ਨਹੀਂ ਸੀ ਪਤਾ ਕਿ ਪਟਿਆਲੇ ਤੋਂ ਮੋਹਾਲੀ ਤੱਕ ਦਾ ਕਿਰਾਇਆ ਕਿੰਨਾ ਹੈ ਨਾ, ਕਿਉਂਕਿ ਮੈਂ ਇੰਨੇ ਸਾਲ ਘਰੇ ਰਹੀ, ਜਿੱਥੇ ਜਾਣਾ ਘਰਦਿਆਂ ਨਾਲ ਜਾਣਾ, ਛੋਟੇ ਛੋਟੇ ਫੈਸਲੇ ਨਹੀਂ ਸੀ ਆਪ ਕਰ ਸਕਦੀ। ਐਂ ਲੱਗਦਾ ਹੁੰਦਾ ਸੀਗਾ ਵੀ ਨਹੀਂ ਇਹ ਫਲਾਣੇ ਨੂੰ ਪੁੱਛ ਕੇ ਹੀ ਕਰੂੰਗੀ ਹੈ ਨਾ, ਤਾਂ ਹੁਣ ਉਹੀ ਚੀਜ਼ਾਂ ਤੁਹਾਨੂੰ ਛੋਟੀਆਂ ਲੱਗਦੀਆਂ ਨੇ। ਹੁਣ ਕੌਨਫੀਡੈਂਸ ਆਉਂਦਾ। ਅਤੇ ਦੂਜੀ ਚੀਜ਼ ਮੈਨੂੰ ਲੱਗਦਾ ਵੀ ਮਾਨਸਿਕਤਾ ਲਈ ਇਸ ਲਈ ਵੀ ਜ਼ਰੂਰੀ ਆ ਕਿ ਤੁਸੀਂ ਇਹ ਨਹੀਂ ਮਹਿਸੂਸ ਕਰਦੇ ਕਈ ਵਾਰੀ ਦੂਜਿਆਂ ਨੂੰ ਵੇਖ ਕੇ, ਮੰਨ ਲਓ ਜਿਵੇਂ ਹੁਣ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਤਾਂ ਮੈਂ ਕਰ ਰਹੀ ਹਾਂ, ਆਪਾਂ ਨੂੰ ਦੇਖ ਕੇ ਬਹੁਤ ਸਾਰੀਆਂ ਕੁੜੀਆਂ ਕਰਦੀਆਂ ਸੋਚਦੀਆਂ ਹੋਣਗੀਆਂ ਵੀ ਮੈਂ ਕਿਉਂ ਨਹੀਂ ਕਰ ਸਕੀ। ਜਾਂ ਰੁਪਿੰਦਰ, ਮੈਂ ਇੱਥੇ ਵੀ ਕਹਿਣਾ ਚਾਹੂੰਗੀ ਕਿ ਸਭ ਤੋਂ ਵੱਡੀ ਗੱਲ, ਸਾਨੂੰ ਇਹ ਨਹੀਂ ਪਤਾ ਕਦੋਂ ਲਾਈਫ ਨੇ ਸਾਨੂੰ ਕਿਹੜੇ ਦਿਨ ਦਿਖਾ ਦੇਣੇ। ਜਦੋਂ ਅਸੀਂ ਚੰਗੇ ਹਾਲਾਤਾਂ 'ਚ ਹੁੰਦੇ ਹਾਂ ਤਾਂ ਅਸੀਂ ਬੁਰੇ ਬਾਰੇ ਕਦੀ ਵੀ ਨਹੀਂ ਸੋਚਦੇ ਨਾ ਕਿ ਸਾਡੇ ਨਾਲ ਕੁਛ ਹੋ ਸਕਦਾ ਇਹੋ ਜਿਹਾ। ਮੇਰੇ ਨਾਲ ਜੋ ਹੋਇਆ, ਮੈਨੂੰ ਤਾਂ ਐਂ ਲੱਗਦਾ ਸੀ ਵੀ ਕਿਸੇ ਦੀ ਗੱਲ ਸੁਣੋ, ਲੋਕਾਂ ਨਾਲ ਹੁੰਦਾ, ਸਾਡੇ ਨਾਲ ਥੋੜ੍ਹੀ ਹੁੰਦਾ ਹੈ ਕੁਛ। ਹਾਂਜੀ ਬਿਲਕੁਲ। ਤਾਂ ਉਹ ਪਤਾ ਨਹੀਂ ਲਾਈਫ ਨੇ ਤੁਹਾਨੂੰ ਕਦੋਂ ਕੀ ਦਿਖਾ ਦੇਣਾ ਹੈ, ਉਹਦੇ ਲਈ ਤੁਸੀਂ ਰੈਡੀ ਰਹੋ। ਜੇ ਤੁਹਾਡੇ 'ਚ ਕੋਈ ਤੁਹਾਡੇ ਹੱਥ 'ਚ ਕਲਾ ਹੋਊਗੀ, ਤੁਸੀਂ ਕੋਈ ਵਧੀਆ ਜੋਬ 'ਤੇ ਹੋਵੋਗੇ ਤਾਂ ਤੁਸੀਂ ਉਹਨਾਂ ਹਾਲਾਤਾਂ ਦਾ ਉਦੋਂ ਸਾਹਮਣਾ ਕਰ ਪਾਓਗੇ। ਇਹ ਗੱਲ ਹੁੰਦੀ ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਆਪਦੀਆਂ ਕੁੜੀਆਂ ਨੂੰ, ਮੁੰਡਿਆਂ ਨੂੰ ਵੀ ਬਰਾਬਰ ਹੀ ਹੈ। ਹਾਂਜੀ। ਤਾਂ ਉਹਨੂੰ ਇੰਨੇ ਕੁ ਕਾਬਿਲ ਬਣਾਓ, ਘਰੋਂ ਬਣਾਉਣਾ ਚਾਹੀਦਾ ਹੈ ਨਾ, ਕਿ ਇੰਨਾ ਕੁ ਕਾਬਿਲ ਕਰ ਦਿਓ ਆਪਦੇ ਬੱਚੇ ਨੂੰ ਕਿ ਉਹ ਪਹਿਲਾਂ ਤਾਂ ਸਾਹਮਣਾ ਕਰ ਸਕੇ ਸਭ ਦਾ। ਬਹੁਤ ਕੁਝ ਸਹਿਣਾ ਪੈਂਦਾ ਕੁੜੀਆਂ ਨੂੰ, ਆਪਾਂ ਤਾਂ ਜਾਣਦੇ ਹਾਂ ਹੈ ਨਾ, ਹਰ ਚੀਜ਼ ਦੱਸ ਵੀ ਨਹੀਂ ਸਕਦੇ। ਬਹੁਤ ਕੁਛ ਇਹੋ ਜਿਹਾ ਹੁੰਦਾ ਹੈ, ਜਿੱਦਾਂ ਬਾਹਰ ਨਿਕਲੋ ਤੁਹਾਨੂੰ ਕੀ ਕੁਛ ਸੁਣਨ ਨੂੰ ਮਿਲਦਾ ਹੈ। ਤਾਂ ਉਹ ਆਪਦੀ ਬੱਚੀ ਨੂੰ ਇੰਨਾ ਸਟਰੋਂਗ ਕਰ ਦਿਓ ਕਿ ਉਹ ਇਹਨਾਂ ਚੀਜ਼ਾਂ ਦਾ ਡਟ ਕੇ ਸਾਹਮਣਾ ਕਰੇ, ਡਟ ਕੇ ਮੁਕਾਬਲਾ ਕਰੇ।
ਤਾਂ ਉਹ ਮੇਰੇ ਖਿਆਲ 'ਚ ਮੈਨੂੰ ਘਰੋਂ ਇਹ ਚੀਜ਼ ਮਿਲੀ ਸੀ ਕਿ ਇੱਕ ਕਿੰਨੇ ਸਟਰੋਂਗ ਸੀ ਮੇਰੇ ਮੰਮਾ ਜਾਂ ਮੇਰੀਆਂ ਭੈਣਾਂ। ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਲਿਆ ਸੀ ਉਦੋਂ, ਕਿ ਮੈਂ ਹਿੰਮਤ ਨਹੀਂ ਸੀ ਹਾਰੀ, ਅਤੇ ਕੁਛ ਨਾ ਕੁਛ, ਚਾਹੇ ਉਹ ਏਜ ਮੇਰੀ ਲੰਘੀ ਹੋਈ ਸੀ, ਬਟ ਮੈਂ ਕੁਛ ਨਾ ਕੁਛ ਕਰਦੀ ਰਹੀ ਅਤੇ ਮੈਂ ਆਪਣੇ ਬੱਚੇ ਕਾਬਿਲ ਕਰ ਲਏ ਸੱਜ ਕੇ। ਉਹ ਮੈਂ ਉਹਨਾਂ 'ਤੇ ਪ੍ਰਾਊਡ ਕਰਦੀ ਹਾਂ, ਮੇਰੇ 'ਤੇ ਪ੍ਰਾਊਡ ਕਰਦੀ ਹਾਂ। ਬਿਲਕੁਲ, ਮੈਨੂੰ ਇਹ ਚੀਜ਼ ਲੱਗਦਾ ਵੀ ਜਦੋਂ ਜੇ ਆਪਣੇ ਤੇ ਚਲੋ ਇਹ ਆਪਾਂ ਕਹਿ ਦਿੰਦੇ ਹਾਂ ਵੀ ਕੁੜੀਆਂ ਸਰੀਰਕ ਪੱਖੋਂ ਉਨੀਆਂ ਵਧੀਆ ਨਹੀਂ, ਪਰ ਜੇ ਮਾਨਸਿਕਤਾ ਦੀ ਗੱਲ ਕਰੋ ਤਾਂ ਜੇ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ, ਮੈਨੂੰ ਲੱਗਦਾ ਵੀ ਅਸੀਂ ਬੰਦਿਆਂ ਨਾਲੋਂ ਬੈਟਰ ਹੈਂਡਲ ਕਰ ਲੈਂਦੇ ਹਾਂ ਉਸ ਚੀਜ਼ ਨੂੰ, ਹੈ ਨਾ। ਅਤੇ ਜੇ ਇਕਨੋਮਿਕਲੀ ਵੀ ਸਾਨੂੰ ਇੰਨੇ ਖੁੱਲ੍ਹੇ ਮੌਕੇ ਮਿਲਦੇ ਆ ਤਾਂ ਅਸੀਂ ਉਹਨਾਂ ਦਾ ਸਹਾਰਾ ਹੀ ਬਣਦੇ ਹਾਂ, ਖੋਜ ਨਹੀਂ ਕਦੇ ਵੀ ਬਣਦੇ, ਹੈ ਨਾ। ਭਾਬੀ ਜਿਵੇਂ ਤੁਹਾਨੂੰ ਇਹ ਚੀਜ਼ ਲੱਗਦੀ ਆ ਵੀ ਕਈ ਵਾਰੀ ਆਪਾਂ ਨੂੰ ਕਹਿ ਦਿੰਦੇ ਆ, ਜਿਵੇਂ ਹੁਣ ਹਾਲੇ ਤੁਹਾਡੇ ਬੱਚੇ ਨਹੀਂ ਹੈਗੇ, ਕੁੜੀਆਂ ਨੂੰ ਇਹ ਵੀ ਕਹਿ ਦਿੰਦੇ ਆ ਵੀ ਹੁਣ ਨਹੀਂ ਬੱਚੇ ਹੋ ਗਏ, ਘਰੇ ਤੇਰੇ ਸੱਸ ਸਹੁਰਾ ਨੇ, ਜਦ ਅਸੀਂ ਤੈਨੂੰ ਚੰਗੀ ਰੋਟੀ ਦੇ ਸਕਦੇ ਹਾਂ ਤਾਂ ਤੇਰਾ ਪਹਿਲਾ ਫਰਜ਼ ਆ ਵੀ ਉਹਨੂੰ ਸੰਭਾਲ, ਹੈ ਨਾ। ਜਦ ਕਿ ਮੁੰਡਿਆਂ ਲਈ ਇਹ ਮੁਸ਼ਕਿਲਾਂ ਨਹੀਂ ਹੁੰਦੀਆਂ, ਉਹਨਾਂ ਨੂੰ ਵੱਧ ਤੋਂ ਵੱਧ ਕੰਮ ਦੇ ਮੌਕੇ ਮਿਲਦੇ ਨੇ। ਤਾਂ ਬਹੁਤ ਸਾਰੀਆਂ ਕੁੜੀਆਂ ਕਰਨਾ ਵੀ ਚਾਹੁੰਦੀਆਂ ਨੇ, ਪਰ ਜਦੋਂ ਉਹਨਾਂ ਅੱਗੇ ਇਹ ਉਦਾਹਰਨਾਂ ਹੁੰਦੀਆਂ ਨੇ ਤਾਂ ਫਿਰ ਸਾਡੇ ਮਾਂ ਪਿਓ ਦੀ ਵੀ ਸਾਨੂੰ ਇਹੀ ਸੀਖ ਹੁੰਦੀ ਹੈ ਵੀ ਨਹੀਂ, ਪਹਿਲਾਂ ਤੇਰਾ ਘਰ ਆ, ਫਿਰ ਬਹੁਤ ਸਾਰੇ ਸੁਪਨੇ ਰਹਿ ਜਾਂਦੇ ਨੇ, ਹੈ ਨਾ। ਫਿਰ ਤੁਹਾਡੀ ਪੜ੍ਹਾਈ ਲਿਖਾਈ ਸਾਰੀਆਂ ਚੀਜ਼ਾਂ ਤੁਹਾਨੂੰ ਨਜ਼ਰਅੰਦਾਜ਼ ਕਰਨੀਆਂ ਪੈਂਦੀਆਂ ਨੇ, ਉਹ ਬਹੁਤ ਦੁਖਦਾਈ ਹੁੰਦਾ। ਤਾਂ ਮੈਨੂੰ ਲੱਗਦਾ ਵੀ ਜੇ ਕੁੜੀਆਂ 'ਤੇ ਇਹੋ ਜਿਹੀ ਕੋਈ ਸਮੱਸਿਆ ਆਉਂਦੀ ਆ ਤਾਂ ਤੁਹਾਡੇ ਵਾਲਾ ਅਲਟਰਨੇਟ ਸਹੀ ਆ ਵੀ ਤੁਸੀਂ ਘਰੇ ਬਹਿ ਕੇ ਕਰ ਸਕਦੇ ਹੋ। ਇਸ ਚੀਜ਼ 'ਤੇ ਇਹ ਗੱਲ ਬਿਲਕੁਲ ਸੱਚ ਹੈ ਕਿ ਜਦੋਂ ਤੁਹਾਡਾ ਵਿਆਹ ਹੋ ਜਾਂਦਾ, ਤੁਹਾਡੀ ਰਿਸਪੋਂਸੀਬਿਲਿਟੀ ਤੁਹਾਡੇ ਪੇਕਿਆਂ ਵੱਲੋਂ ਵੀ ਇਹੀ ਦੱਸੀ ਜਾਂਦੀ ਹੈ ਵੀ ਤੁਹਾਡੇ ਘਰ ਦੇ ਨੇ, ਤੁਹਾਡਾ ਸੱਸ ਸਹੁਰਾ, ਅਤੇ ਤੁਹਾਡੇ ਸਹੁਰਿਆਂ ਵੱਲੋਂ ਵੀ ਇਹੀ ਐਕਸਪੈਕਟ ਕੀਤਾ ਜਾਂਦਾ। ਅਤੇ ਪਰ ਮੈਂ ਇਹੀ ਕਹੂੰਗੀ ਵੀ ਇਸ ਚੀਜ਼ ਨੂੰ, ਜੇ ਤੁਸੀਂ ਪੜ੍ਹੇ ਲਿਖੇ ਹੋ, ਇਕੱਲੇ ਪੜ੍ਹੇ ਲਿਖੇ ਹੋਣਾ ਵੀ ਜ਼ਰੂਰੀ ਨਹੀਂ, ਜੇ ਤੁਹਾਡੇ 'ਚ ਕੋਈ ਕਲਾ ਹੈ ਪਰ ਤੁਸੀਂ ਆਪਣਾ ਘਰ ਵੀ ਸੰਭਾਲਣਾ, ਤੁਸੀਂ ਸਾਰਾ ਆਲਾ ਦੁਆਲਾ ਵੀ, ਰਿਸ਼ਤੇ ਵੀ ਦੇਖਣੇ ਨੇ, ਤਾਂ ਕੋਈ ਨਾ ਕੋਈ ਇੱਦਾਂ ਦਾ ਹੱਲ, ਜਿਵੇਂ ਹੁਣ ਸੈਲਫ ਹੈਲਪ ਗਰੁੱਪ ਵਾਲੇ ਨੇ, ਹੈ ਨਾ, ਅਚਾਰ ਮੁਰੱਬੇ ਬਣਾਉਂਦੀਆਂ ਨੇ ਲੇਡੀਜ਼, ਹੈ ਨਾ। ਇਹ ਕੰਮਾਂ ਨੂੰ ਸ਼ਾਇਦ ਕਿਸੇ ਪਾਸੇ ਛੋਟਾ ਮੰਨਿਆ ਜਾਂਦਾ ਹੋਊਗਾ, ਪਰ ਮੈਨੂੰ ਲੱਗਦਾ ਜਿਹੜਾ ਆਪਣਾ ਬਿਜ਼ਨਸ ਆ ਉਸ ਤੋਂ ਵੱਡਾ ਕੁਛ ਨਹੀਂ ਹੈ। ਤੁਸੀਂ ਘਰ 'ਚ ਬੈਠ ਕੇ ਭਾਵੇਂ ਛੋਟੇ ਤੋਂ ਸ਼ੁਰੂ ਕਰ ਲਓ, ਅਤੇ ਉਹ ਜਿਹੜੀ ਅੰਦਰੂਨੀ ਸੰਤੁਸ਼ਟੀ ਮਿਲਦੀ ਹੈ ਨਾ ਦਿਲ ਨੂੰ ਕੰਮ ਕਰਕੇ, ਵੀ ਅੱਜ ਮੈਂ ਆਹ ਕੀਤਾ, ਜਾਂ ਮੈਂ ਕੁੜੀਆਂ ਨੂੰ ਦੇ ਰਹੀ ਹਾਂ ਕੰਮ ਕਰਨ ਲਈ, ਉਹਨਾਂ ਨੂੰ ਦੀ ਕਮਾਈ ਦਾ ਸਾਧਨ ਬਣ ਰਹੀ ਹਾਂ, ਹੈ ਨਾ, ਉਹ ਇੱਕ ਵੱਡੀ ਸੰਤੁਸ਼ਟੀ ਹੁੰਦੀ ਆ। ਅਤੇ ਉਵੇਂ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਕੁੜੀਆਂ ਦੀ ਸੰਤੁਸ਼ਟੀ ਲਈ ਇਹ ਚੀਜ਼ ਜ਼ਰੂਰੀ ਹੁੰਦੀ ਹੈ ਜਾਂ ਨਹੀਂ, ਜਾਂ ਉਹਨਾਂ ਨੂੰ ਉਹੋ ਜਿਹੀ ਇੱਜ਼ਤ ਮਿਲਦੀ ਆ, ਹੈ ਨਾ। ਇੱਜ਼ਤ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਆਪ ਕਮਾਉਣੀ ਆ, ਹੈ ਨਾ। ਪਰ ਜੇ ਆਪਾਂ ਲੋਕਾਂ ਦੀ ਪਰਵਾਹ ਕਰਾਂਗੇ ਤਾਂ ਆਪਾਂ ਨਹੀਂ ਕੁਛ ਕਰ ਸਕਦੇ। ਜੇ ਲੋਕਾਂ ਦੀ ਪਰਵਾਹ ਛੱਡ ਕੇ ਆਪਣੇ ਘਰ ਪਰਿਵਾਰ ਵੱਲ ਚੱਲਾਂਗੇ ਜਾਂ ਕੁਛ ਅੱਗੇ ਵਧਣ ਦੀ ਕਰਾਂਗੇ ਤਾਂ ਕੁਛ ਵੀ ਕਰ ਸਕਦੇ ਹਾਂ। ਮੈਂ ਇਹਨਾਂ ਨਾਲ ਨਾ ਬਹੁਤ ਇੱਦਾਂ ਦੀਆਂ ਗੱਲਾਂ ਅਸੀਂ ਦੋਵੇਂ ਕਰਦੇ ਹੀ ਰਹਿੰਦੇ ਹਾਂ, ਹੈ ਨਾ। ਤਾਂ ਮੈਨੂੰ ਕਹਿੰਦੇ ਹੁੰਦੇ ਆ ਵੀ ਕੁੜੀਆਂ ਆਪਣੇ ਆਪ ਨੂੰ ਮੁੰਡਿਆਂ ਦੇ ਬਰਾਬਰ ਕਿਉਂ ਸਮਝਦੀਆਂ ਨੇ, ਵੀ ਕੁੜੀਆਂ ਤਾਂ ਮੁੰਡਿਆਂ ਦੇ ਬਰਾਬਰ ਕਦੇ ਹੋ ਹੀ ਨਹੀਂ ਸਕਦੀਆਂ। ਅਤੇ ਜਦੋਂ ਇਹਨਾਂ ਨੇ ਮੈਨੂੰ ਇਹ ਲਫ਼ਜ਼ ਕਿਹਾ ਤਾਂ ਮੈਨੂੰ ਬੜਾ ਆਏ, ਮੇਰੀਆਂ ਅੱਖਾਂ 'ਚ ਰਹਿ ਗਈਆਂ ਵੀ ਇੱਦਾਂ ਕਿੱਦਾਂ ਕਹਿ ਤਾ। ਮਤਲਬ ਮੈਂ ਉਹਨਾਂ ਦੀ ਪੂਰੀ ਗੱਲ ਸੁਣੀ ਨਹੀਂ ਸੀ ਹਾਲੇ ਵੀ ਉਹ ਅੱਗੇ ਕੀ ਕਹਿਣਾ ਚਾਹੁੰਦੇ ਨੇ, ਹੈ ਨਾ। ਪਰ ਮੇਰੀਆਂ ਅੱਖਾਂ ਐਂ ਹੋ ਗਈਆਂ ਵੀ ਇਹ ਕੀ ਗੱਲ ਕਹਿ ਰਹੇ ਆ ਇਹ, ਵੀ ਕੁੜੀਆਂ ਮੁੰਡਿਆਂ ਦੇ ਬਰਾਬਰ ਕਿਉਂ ਨਹੀਂ ਹੋ ਸਕਦੀਆਂ। ਕਹਿੰਦੇ ਮੈਂ ਤਾਂ ਇਹ ਸਮਝਦਾ ਵੀ ਕੁੜੀਆਂ ਸਾਡੇ ਤੋਂ ਕਈ ਗੁਣਾ ਉੱਤੇ ਨੇ, ਕਿਉਂਕਿ ਤੁਸੀਂ ਘਰ ਵੀ ਵੇਖਣਾ, ਤੁਸੀਂ ਰਿਸ਼ਤੇ ਵੀ ਦੇਖਣੇ ਨੇ, ਬੱਚੇ ਵੀ ਸੰਭਾਲਣੇ ਆ, ਅਤੇ ਨਾਲ ਦੀ ਨਾਲ ਪੜ੍ਹਾਈ ਲਿਖਾਈ ਅਤੇ ਉਸ ਤੋਂ ਬਾਅਦ ਆਪਣਾ ਕੰਮ ਵੀ ਕਰਦੇ ਹੋ ਤੁਸੀਂ। ਕਹਿੰਦੇ ਸਾਡਾ ਕੰਮ ਕੀ, ਅਸੀਂ ਵਿਆਹ ਕਰਾ ਲਿਆ, ਸਾਡੇ ਬੱਚੇ ਹੋ ਗਏ, ਉਹ ਤੁਹਾਨੂੰ ਸਾਂਭਤੇ ਵੀ ਸਾਂਭੋ ਇਹਨਾਂ ਨੂੰ, ਅਸੀਂ ਤਾਂ ਸਿਰਫ ਤੁਹਾਨੂੰ ਕਮਾ ਕੇ ਲਿਆ ਕੇ ਦੇਣਾ, ਤੁਸੀਂ ਘਰ ਚਲਾਉਣਾ। ਅਤੇ ਮੈਨੂੰ ਉਹ ਗੱਲ ਸੁਣ ਕੇ ਇੰਨਾ ਕੁ ਚੰਗਾ ਲੱਗਿਆ ਸੀ ਵੀ ਇੱਕ ਕਹਿ ਨਹੀਂ ਦਿੰਦੇ ਹੁੰਦੇ ਵੀ ਜੇ ਤੁਹਾਡਾ ਹਸਬੈਂਡ ਆ ਉਹ ਤੁਹਾਨੂੰ ਇੱਕ ਚੰਗੀ ਸਿੱਖਿਆ ਦੇ ਰਿਹਾ ਤਾਂ ਇਸ ਤੋਂ ਉੱਤੇ ਕੁਛ ਵੀ ਨਹੀਂ ਹੈ, ਜਾਂ ਉਹ ਸਿੱਖਿਆ ਆਪਣੇ ਕੋਲ ਚੰਗੀ ਰੱਖ ਰਿਹਾ, ਹੈ ਨਾ। ਤਾਂ ਮੈਨੂੰ ਉਹ ਚੀਜ਼ ਨਾਲ ਬਹੁਤ ਖੁਸ਼ੀ ਹੋਈ ਸੀਗੀ ਵੀ ਹਾਂ ਇਹ ਚੀਜ਼ ਸੋਚਦੇ ਆ, ਅਤੇ ਉਹ ਹਮੇਸ਼ਾ ਮੈਨੂੰ ਸਪੋਰਟਿਵ ਰਹੀ ਆ, ਉਹ ਗੱਲ ਉਹਨਾਂ ਦੇ ਹਮੇਸ਼ਾ ਮੈਨੂੰ ਸਪੋਰਟ ਰਹੀ ਆ। ਪਰ ਬਹੁਤ ਸਾਰੀਆਂ ਕੁੜੀਆਂ ਨੂੰ ਨਹੀਂ ਮੌਕਾ ਮਿਲਦਾ ਆਪਣੀ ਗੱਲ ਨੂੰ ਰੱਖਣ ਨਹੀਂ, ਪਰ ਮੈਨੂੰ ਇਹ ਵੀ ਲੱਗਦਾ ਵੀ ਮੌਕਾ ਮਤਲਬ ਸਿਰਫ ਇਹ ਨਾ ਸੋਚੋ ਕਿ ਮੈਨੂੰ, ਜਿਵੇਂ ਤੁਸੀਂ ਕਿਹਾ ਵੀ ਮੈਨੂੰ ਨੌਕਰੀ ਮਿਲੇ, ਜਾਂ ਫਿਰ ਆਪਾਂ ਇਹ ਸੋਚੀਏ ਵੀ ਮੈਂ ਕੋਈ ਵੱਡਾ ਬਿਜ਼ਨਸ ਹੀ ਕਰਾਂ ਨਾ। ਹੁਣ ਮੈਮ ਆਪਾਂ ਜਿਵੇਂ ਸ਼ਹਿਰਾਂ 'ਚ ਰਹਿੰਦੇ ਹਾਂ, ਆਪਾਂ ਦੇਖਦੇ ਹਾਂ ਵੀ ਆਪਾਂ ਆਪਣੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਲਈ ਵੀ ਕਿਸੇ ਨਾ ਕਿਸੇ 'ਤੇ ਨਿਰਭਰ ਹਾਂ, ਹੈ ਨਾ। ਬਿਲਕੁਲ। ਤੁਸੀਂ ਦੇਖੋ ਵੀ ਹੁਣ ਉਹ ਸਮਾਂ ਆ ਗਿਆ ਜਿੱਥੇ
ਕਿਸੇ ਨੂੰ ਵੀ ਤੁਸੀਂ ਚਾਹੇ ਕਿਸੇ ਵੀ ਪਰਿਵਾਰ 'ਚ ਚਲੇ ਜਾਓ, ਕਿਸੇ ਪੁਰਾਣੀ ਬਜ਼ੁਰਗ ਨੂੰ ਭਾਵੇਂ ਆਉਂਦਾ ਹੋਵੇ, ਕੁੜੀ ਮਤਲਬ ਹੁਣ ਦੀ ਪੀੜ੍ਹੀ ਨੂੰ ਪੰਜੀਰੀ, ਪਿੰਨੀਆਂ, ਬਹੁਤ ਸਾਰੇ ਜਿਵੇਂ ਤੁਸੀਂ ਅਚਾਰਾਂ ਦੀ ਗੱਲ ਕੀਤੀ, ਉਹ ਨਹੀਂ ਬਣਾਉਣੇ ਆਉਂਦੇ, ਹੈ ਨਾ। ਤਾਂ ਜਿਹੜੀਆਂ ਕੁੜੀਆਂ ਘਰੇ ਬੈਠੀਆਂ ਨੇ, ਜਦੋਂ ਅਸੀਂ ਸਟੇਟਸ ਵਾਲਾ ਕੀੜਾ ਜਿਹੜਾ ਆਪਦੇ ਦਿਮਾਗ 'ਚੋਂ ਕੱਢ ਦਾਂਗੇ, ਹੈ ਨਾ, ਜਦੋਂ ਆਪਾਂ ਇਹ ਚੀਜ਼ ਸੋਚਾਂਗੇ ਕਿ ਜ਼ਿੰਦਗੀ ਅੱਜ ਸੌਖੀ ਆ, ਕੱਲ੍ਹ ਨੂੰ ਸਥਿਤੀ ਕੋਈ ਵੀ ਹੋ ਸਕਦੀ ਆ, ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਉਹੋ ਜਿਹੀਆਂ ਸ਼ੁਰੂ ਕਰ ਸਕਦੇ ਹਾਂ। ਬਹੁਤ ਸਾਰੇ ਇਹੋ ਜਿਹੇ ਇੰਟਰਵਿਊਜ਼ ਅਸੀਂ ਦੇਖਦੇ ਹਾਂ ਜਿੱਥੇ ਮੁੰਡੇ ਲਿਆ ਕੇ ਅਲਸੀ ਦੀਆਂ ਪਿੰਨੀਆਂ, ਪੰਜੀਰੀ ਜਾਂ ਫਿਰ ਪਿੰਡ ਦੀਆਂ ਬਣੀਆਂ ਹੋਈਆਂ ਚੀਜ਼ਾਂ ਲਿਆ ਕੇ ਜਿਹੜੀਆਂ ਸੇਲ ਕਰਦੇ ਨੇ, ਹੈ ਨਾ, ਤਾਂ ਉਹ ਕੋਈ ਨਾ ਕੋਈ ਤਾਂ ਬਣਾਉਂਦਾ ਹੀ ਆ। ਇਹੋ ਜਿਹੀਆਂ ਚੀਜ਼ਾਂ ਨਾਲ ਅਸੀਂ ਆਪਣੀ ਸ਼ੁਰੂਆਤ ਕਰ ਸਕਦੇ ਹਾਂ। ਇਹ ਕਦੀ ਨਾ ਸੋਚੋ ਕਿ ਅਸੀਂ ਇੱਕ ਦਿਨ ਵੱਡੇ ਤੋਂ ਸ਼ੁਰੂਆਤ ਕਰਾਂਗੇ, ਕੰਮ ਕੋਈ ਵੀ ਛੋਟਾ ਨਹੀਂ, ਹੈ ਨਾ। ਮੇਨ ਚੀਜ਼ ਤਾਂ ਇਹ ਹੈ ਕਿ ਤੁਹਾਡੀ ਜੇਬ 'ਚ ਕਮਾਈ ਆਉਣੀ ਚਾਹੀਦੀ ਆ, ਕੁੜੀਆਂ ਲਈ ਇਹ ਖਾਸ ਕਰਕੇ, ਹੈ ਨਾ। ਹੁਣ ਪਿੰਡਾਂ 'ਚ ਤੁਹਾਨੂੰ ਉਦਾਹਰਨਾਂ ਦੇ ਦਿੰਦੇ ਆ ਵੀ ਜਾਇਦਾਦ ਆ, ਇੰਨੀ ਜ਼ਮੀਨ ਆ, ਪਰ ਜ਼ਮੀਨ ਦਾ ਪੈਸਾ ਵੀ ਤੁਹਾਡੇ ਕੋਲ 6 ਮਹੀਨੇ ਤੋਂ ਪਹਿਲਾਂ ਨਹੀਂ ਆਉਂਦਾ। ਤੇ ਜਿਹੜੀ ਔਰਤ ਇਕੱਲੀ ਆ, ਖਾਸ ਕਰਕੇ ਕੋਈ ਜ਼ਿੰਦਗੀ 'ਚ ਇਹੋ ਜਿਹਾ ਹਾਦਸਾ ਹੋਇਆ, ਉਹਨੂੰ ਤਾਂ ਮੈਨੂੰ ਲੱਗਦਾ ਹਰ ਰੋਜ਼ ਪੈਸੇ ਦੀ ਲੋੜ ਆ, ਹੈ ਨਾ। ਜਿਵੇਂ ਤੁਸੀਂ ਸੀ, ਬੱਚਿਆਂ ਨੂੰ ਕਿੰਨੀ ਲਗਜ਼ਰੀ ਲਾਈਫ ਦੀ ਆਦਤ ਹੋਊਗੀ, ਤੇ ਉਹਨੂੰ ਮੇਨਟੇਨ ਕਰਨਾ ਮੈਨੂੰ ਲੱਗਦਾ ਫਿਰ ਇੱਕਦਮ ਤਾਂ ਨਹੀਂ ਬੰਦਾ ਸਿੱਖੂਗਾ, ਹੈ ਨਾ। ਕਿ ਜੇ ਤੁਸੀਂ ਸ਼ੁਰੂਆਤ 'ਚ ਕਰਦੇ ਹੁੰਦੇ ਤਾਂ ਸ਼ਾਇਦ ਉਨੀਆਂ ਚੀਜ਼ਾਂ ਨਾ ਵਾਪਰਦੀਆਂ ਤੁਹਾਡੇ ਨਾਲ। ਹਾਂ ਬਿਲਕੁਲ, ਮੈਂ ਇੱਕ ਵਹਾਅ ਦੇ ਨਾਲ ਹੀ ਚੱਲਦੀ ਰਹਿੰਦੀ ਤਾਂ ਨਾਲੇ ਮੈਮ ਇਹ ਵੀ ਆ ਨਾ, ਜੇ ਕੁੜੀ 100 ਰੁਪਇਆ ਵੀ ਕਮਾਵੇ, ਖੁਦ ਦੀ ਕਮਾਈ ਦੀ ਕਿੰਨੀ ਤਸੱਲੀ ਹੁੰਦੀ ਆ। ਕਿੱਥੇ ਕੁੜੀਆਂ ਨੇ ਆਪਣੇ ਘਰ ਵਾਲੇ ਤੋਂ ਪੈਸੇ ਲੈਣੇ ਆ ਵੀ ਅਸੀਂ ਘਰ 'ਚ ਆਹ ਖਰਚਾ ਕਰਨਾ, ਪਰ ਜੇ ਉਹਨੇ 100 ਰੁਪਇਆ ਕਮਾਇਆ ਹੋਵੇ, ਮੈਨੂੰ ਮੰਮੀ ਮੇਰੇ ਸੱਸ ਦੱਸਦੇ ਸੀ ਵੀ ਅਸੀਂ 10-10 ਰੁਪਈਆਂ ਤੇ ਖੇਸ ਬੁਣਦੀਆਂ ਸੀ, ਤੇ ਉਹ 10 ਰੁਪਏ ਕਮਾਏ, ਉਹਨਾਂ ਨੂੰ ਐਂ ਲੱਗਦਾ ਸੀ ਵੀ ਇਹ ਸਾਡੀ ਕਮਾਈ ਆ। ਬਿਲਕੁਲ, ਭਾਵੇਂ ਉਹ ਸੱਸ ਨੇ ਲੈ ਜਾਣੇ ਆ। ਦੇਖੋ ਇੱਥੇ ਵੀ ਇੱਕ ਹਾਸੇ ਵਾਲੀ ਗੱਲ ਆ, ਹੁਣ ਆਪਾਂ ਨੂੰ ਆਪਣੀਆਂ ਮਾਵਾਂ ਸਮਝਾਉਂਦੀਆਂ ਹੁੰਦੀਆਂ ਨੇ ਵੀ ਕੁੜੀਆਂ ਨੇ ਤਾਂ 100 ਥਾਂ ਚੋਰੀ ਵੀ ਵਰਤਣਾ, ਹੈ ਨਾ। ਮਤਲਬ ਸਾਡੀ ਮੁੱਠੀ 'ਚ ਤਾਂ ਪੈਸਾ ਹੋਣਾ ਬਹੁਤ ਜ਼ਰੂਰੀ ਆ, ਤੇ ਜੇ ਆਪਾਂ ਕਮਾਵਾਂਗੇ ਤਾਂ ਉਹਦਾ ਇੱਕ ਤਾਂ ਸਾਨੂੰ ਹੌਸਲਾ ਹੋਊਗਾ। ਮੈਨੂੰ ਲੱਗਦਾ ਵੀ ਘਰਦਿਆਂ ਨੂੰ ਵੀ ਉਹਦਾ ਬਹੁਤ ਵੱਡਾ ਫਾਇਦਾ ਹੁੰਦਾ। ਤੁਸੀਂ ਖੁਦ ਦੇਖੋ, ਜਿੱਥੇ ਇੱਕ ਬੰਦਾ ਕਮਾਉਂਦਾ, ਸਿਰਫ ਉਹਨਾਂ ਦਾ ਜਿਹੜਾ ਲਿਵਿੰਗ ਸਟਾਈਲ ਉਹ ਕਿਵੇਂ ਦਾ ਹੋਊਗਾ, ਜਿੱਥੇ ਦੋਵੇਂ ਜੀਅ ਕਮਾਉਂਦੇ ਹੋਣਗੇ ਉਹ ਸਾਡੇ ਨਾਲ ਕਈ ਗੁਣਾ ਬੈਟਰ ਹੁੰਦਾ, ਹੈ ਨਾ। ਤੇ ਆਪਾਂ ਜਿਹੜੀ ਆਪਣੀ ਸੋਚ ਇਹ ਆ ਵੀ ਕਦੀ ਇਹ ਨਾ ਸੋਚੋ ਕਿ ਮੈਂ ਪੜ੍ਹ ਕੇ ਨੌਕਰੀ ਹੀ ਕਰਾਂ। ਤੁਹਾਨੂੰ ਜੋ ਕਿੱਤਾ ਕਰਨਾ ਆਉਂਦਾ, ਜੋ ਸਕਿੱਲ ਤੁਹਾਡੇ 'ਚ ਹੈਗਾ, ਉਹਨੂੰ ਜ਼ਰੂਰ ਵਰਤੋ ਤੁਸੀਂ, ਹੈ ਨਾ। ਤੇ ਦੂਜੀ ਚੀਜ਼ ਇਹ ਨਾ ਸੋਚੋ ਵੀ ਨਹੀਂ, ਮੇਰਾ ਵੀ ਸਾਡਾ ਇੱਕ ਸਟੇਟਸ ਆ, ਜੇ ਮੇਰਾ ਘਰ ਵਾਲਾ ਕਮਾ ਰਿਹਾ ਤਾਂ ਮੈਨੂੰ ਜ਼ਰੂਰਤ ਨਹੀਂ, ਹੈ ਨਾ। ਉਹਨੂੰ ਇੰਨਾ ਗਰਾਂਟਿਡ ਨਾ ਲਓ ਕਿ ਪੂਰੀ ਜ਼ਿੰਦਗੀ ਉਹ ਚੀਜ਼ਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਮੈਮ ਜਿਵੇਂ ਬਹੁਤ ਸਾਰੀ, ਮੈਂ ਪਹਿਲਾਂ ਇਹਨਾਂ ਨੂੰ ਵੀ ਕਿਹਾ ਸੀ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਮੌਕੇ ਵੀ ਨਹੀਂ ਦਿੱਤੇ ਜਾਂਦੇ, ਹੈ ਨਾ। ਉਹਨਾਂ ਨੂੰ ਜਿਵੇਂ ਆਪਾਂ ਨੂੰ ਪਰਿਵਾਰ ਦੀਆਂ ਗੱਲਾਂ ਮੰਨਣੀਆਂ ਹੀ ਪੈਂਦੀਆਂ ਨੇ, ਤਾਂ ਮੈਨੂੰ ਲੱਗਦਾ ਵੀ ਉਹਨਾਂ ਲਈ ਵੀ ਤੁਹਾਡੇ ਕੋਲ ਕੋਈ ਵੱਖਰੀ ਗੱਲ ਹੋਵੇ ਵੀ ਹਾਂ ਕੁੜੀਆਂ ਇੱਦਾਂ ਦੇ ਫੈਸਲੇ ਕਰ ਸਕਦੀਆਂ ਨੇ, ਤਾਂ ਤੁਹਾਨੂੰ ਲੱਗਦਾ ਵੀ ਕੁਛ ਐਵੇਂ ਦਾ ਆਪਾਂ ਕੁੜੀਆਂ ਨੂੰ ਹੋਰਾਂ ਨੂੰ ਕਹਿ ਸਕਦੇ ਹਾਂ। ਮੈਂ ਲਗਜ਼ਰੀ ਲਾਈਫ ਦੇਖੀ ਹੈ ਇੱਕ ਪੂਰੀ, ਤਾਂ ਮੈਨੂੰ ਕਦੇ ਇਹ ਨਹੀਂ ਹੋਇਆ ਕਿ ਮੈਂ ਉਸ ਸ਼ਾਪ 'ਤੇ ਨਹੀਂ ਜਾਣਾ। ਮੈਂ ਵਿੰਡੋ ਕੀ ਹੁੰਦਾ, ਵਿੰਡੋ ਸ਼ਾਪਿੰਗ ਹੁੰਦੀ ਹੈ ਜਿੱਦਾਂ, ਜਾਂ ਤੁਰੇ ਜਾਂਦਿਆਂ ਵੀ ਕਿਤੋਂ ਮਤਲਬ ਲੈ ਲੈਂਦੀ ਹਾਂ। ਤਾਂ ਆਪਦੇ ਦਿਮਾਗ ਨੂੰ ਲਗਜ਼ਰੀ ਰੱਖੋ, ਬਟ ਆਪਦੀ ਸੋਚ ਜਿਹੜੀ ਹੈ ਜਾਂ ਕੁਛ ਹੈ ਕਿ ਕੰਮ ਕੋਈ ਵੱਡਾ ਛੋਟਾ ਉਹਨੂੰ ਨਾ ਰੱਖੋ। ਤੁਸੀਂ ਮੰਨਿਆ ਕਿਸੇ ਕਾਰਨ ਤੁਹਾਡੀ ਸਟੱਡੀ ਕੰਪਲੀਟ ਨਹੀਂ ਹੋਈ, ਜਾਂ ਸਟੱਡੀ ਤੁਸੀਂ ਨਹੀਂ ਕਰ ਸਕੇ, ਜਾਂ ਅਜੇ ਵੀ ਬਹੁਤ ਪਿੰਡਾਂ 'ਚ ਹੈਗਾ ਹੈ ਆਪਣੇ ਇਹੋ ਜਿਹਾ ਤਬਕਾ, ਹੈ ਨਾ। ਤਾਂ ਮੈਂ ਕਹਿੰਦੀ ਹਾਂ ਕਿ ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਕਿੰਨਾ ਕੁਛ ਹੋਰ ਹੈ ਜਿਹਦੇ ਤੁਸੀਂ ਬਿਜ਼ਨਸ ਕਰ ਸਕਦੇ ਹੋ ਘਰੇ ਬੈਠੇ। ਸ਼ਹਿਰਾਂ 'ਚ ਵੀ ਆ ਗਏ ਜਾਂ ਜਿੱਦਾਂ ਕੁਛ ਵੀ ਹੈ। ਮੈਂ ਜਿੱਦਾਂ ਬੁਟੀਕ ਦਾ ਕੰਮ, ਮੈਨੂੰ ਕੋਈ ਨਾ ਤਾਂ ਕੋਈ ਐਕਸਪੀਰੀਅੰਸ ਸੀ ਨਾ ਕੁਛ, ਬਸ ਮੈਨੂੰ ਇਹ ਸੀਗਾ ਕਿ ਮੈਂ ਕੁਛ ਕਰਨਾ ਹੈ ਉਦੋਂ, ਤਾਂ ਮੈਂ ਉਹ ਕੀਤਾ। ਤਾਂ ਮੈਨੂੰ ਇਹ ਆ ਕਿ ਤੁਸੀਂ ਐਂ ਨਾ ਸੋਚੋ ਕਿ ਕੰਮ ਬਹੁਤ ਵੱਡਾ ਹੀ ਹੋਊਗਾ, ਜਿਹਦੇ 'ਚ ਤੁਸੀਂ ਕੰਮ ਕਰਨ ਲੱਗ ਜਾਓ, ਬਸ ਉਹ ਆਪੇ ਵੱਡਾ ਹੋ ਜਾਂਦਾ ਹੈ। ਬਿਲਕੁਲ, ਆਪਦੇ ਸਟੇਟਸ ਨੂੰ ਸਾਈਡ 'ਤੇ ਹੀ ਰੱਖ ਦਿਓ। ਜਦੋਂ ਤੁਸੀਂ ਕੁਛ ਕਮਾਉਣਾ ਹੈ, ਜਦੋਂ ਤੁਸੀਂ ਕੁਛ ਕਰਨਾ ਹੈ, ਤਾਂ ਫਿਰ ਇਹਨਾਂ ਚੀਜ਼ਾਂ ਮੈਨੂੰ ਲੱਗਦਾ ਕੋਈ ਮਾਇਨੇ ਰਹਿ ਜਾਂਦੇ ਆ। ਬਸ ਔਰਤ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਨਹੀਂ ਹਾਰਨੀ। ਹਾਂ, ਬਾਕੀ ਮੈਨੂੰ ਇਹ ਲੱਗਦਾ ਨਾ ਵੀ ਜਦੋਂ ਆਪਾਂ ਇਸ ਕੰਮ 'ਚ ਪੈ ਜਾਂਦੇ ਹਾਂ, ਕੋਈ ਵੀ ਕੰਮ ਕਰਦੇ ਹਾਂ, ਤਾਂ ਆਪਣੇ ਆਪ ਦਿਮਾਗ ਇੱਦਾਂ ਚੱਲਣ ਲੱਗ ਜਾਂਦਾ, ਪਤਾ ਲੱਗਣ ਲੱਗ ਜਾਂਦਾ ਵੀ ਹਾਂ ਕ੍ਰੀਏਟਿਵ ਬਹੁਤ ਜ਼ਿਆਦਾ, ਵੀ ਸਾਨੂੰ ਇਹ ਲੱਗਦਾ ਹੁੰਦਾ ਵੀ ਨਹੀਂ ਮੈਂ ਆ ਵੀ ਕਰ ਸਕਦੀ। ਜਿੱਦਾਂ ਮੈਂ ਆਪਣੀ ਜੇ ਉਦਾਹਰਨ ਦੇਵਾਂ, ਮੈਂ ਬੁਟੀਕ ਦਾ ਕਰ ਰਹੀ ਹਾਂ, ਹੌਲੀ ਹੌਲੀ ਮੈਂ ਕੀ ਕੀਤਾ, ਚਾਕਲੇਟਸ ਬਣਾਉਣੀਆਂ ਘਰ ਹੀ ਸ਼ੁਰੂ ਕਰਦੀਆਂ। ਲਾਸਟ ਦੀਵਾਲੀ 'ਤੇ ਮੈਂ ਬਣਾਈਆਂ, ਹੈ ਨਾ। ਅੱਗੇ ਮੈਂ ਗੁਰਦੀਪ ਭੈਣ ਨਾਲ ਗੱਲ ਕਰ ਰਹੀ ਸੀ, ਮੈਂ ਕਿਹਾ ਮੇਰਾ ਨਾ ਦਿਲ ਕਰਦਾ ਮੈਂ ਚਾਕਲੇਟਸ ਵਾਲਾ ਵੀ ਕੰਮ ਸ਼ੁਰੂ ਕਰਦੇ ਹਾਂ, ਹੈ ਨਾ। ਵੀ
ਦਿਮਾਗ ਆਪਣੇ ਆਪ ਕ੍ਰੀਏਟਿਵ ਹੋਣ ਲੱਗ ਜਾਂਦਾ, ਨਿੱਕੀ ਨਿੱਕੀ ਚੀਜ਼ 'ਚ ਆਪਾਂ ਨੂੰ ਕ੍ਰੀਏਟਿਵਿਟੀ ਦਿਖਣ ਲੱਗ ਜਾਂਦੀ ਆ ਵੀ ਨਹੀਂ ਯਾਰ ਆਪਾਂ ਆਹ ਵੀ ਚੀਜ਼ ਕਰ ਸਕਦੇ ਹਾਂ। ਅੱਗੇ ਮੈਂ ਨਾ ਜਦੋਂ ਮੈਂ ਤੁਹਾਨੂੰ ਦੱਸਣ ਲੱਗੀ, ਜਦੋਂ ਮੈਂ ਬੁਟੀਕ ਸਟਾਰਟ ਕੀਤਾ ਨਾ, ਅਸੀਂ ਕਿਤੇ ਹੋਟਲ 'ਚ ਗਏ ਖਾਣਾ ਖਾਣ ਬੈਠੇ ਸੀ, ਉਹ ਜਿਹੜਾ ਉਹਨਾਂ ਨੇ ਮੈਨੂ ਦਿੱਤਾ ਨਾ ਮੈਨੂੰ, ਉਹ ਇੱਦਾਂ ਨਾ ਕਲਰਫੁਲ ਸੀ ਤੇ ਮੈਂ ਵੇਖੀ ਜਾਂ ਮੈਂ ਕਿਹਾ ਕੰਬੀਨੇਸ਼ਨ ਕਿੰਨਾ ਸੋਹਣਾ ਹੈ, ਆਹ ਕੰਬੀਨੇਸ਼ਨ ਕਿੰਨਾ ਬਰਾੜ ਸਾਹਿਬ ਨਾਲ ਕਰ ਰਹੀ ਸੀ, ਕਿਉਂਕਿ ਮੈਂ ਬੁਟੀਕ ਪਹਿਲਾਂ ਹੀ ਸਟਾਰਟ ਕਰ ਲਿਆ ਸੀ। ਐਕਚੁਅਲੀ ਉਹ ਬਿਜ਼ੀ ਬਹੁਤ ਹੁੰਦੇ ਸੀ, ਸੋ ਉਦੋਂ ਤਾਂ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਕੀਤਾ ਸੀ ਸਟਾਰਟ, ਪਰ ਉਸ ਚੀਜ਼ ਨੇ ਮੇਰੀ ਬਾਅਦ 'ਚ ਬਹੁਤ ਹੈਲਪ ਕੀਤੀ। ਤਾਂ ਉਹ ਵੀ ਇੱਕ ਚੰਗਾ ਸੀ, ਮੈਂ ਕੰਮ ਸਟਾਰਟ ਕੀਤਾ ਸੀ ਤਾਂ ਕੁਛ ਮਤਲਬ ਮੈਂ ਆਪਣੇ ਆਪ ਨੂੰ ਸਟੈਂਡ ਰੱਖ ਪਾਈ ਉਸ ਚੀਜ਼ ਲਈ। ਸੋ ਉਹੀ ਚੀਜ਼ ਹੈ, ਉਹ ਹਰ ਚੀਜ਼ ਨਾ ਮਤਲਬ ਕਲਰ ਕੰਬੀਨੇਸ਼ਨ ਇੱਦਾਂ ਹੈ ਜੀ, ਉਹ ਜਿਹੜਾ ਕੰਮ ਤੁਸੀਂ ਕਰਨ ਲੱਗ ਜਾਓ ਉਹਦੇ 'ਚ ਤੁਹਾਨੂੰ ਆਪਣੇ ਆਪ ਆਈਡੀਆਜ਼ ਆਪਣੇ ਆਪ ਆਉਂਦੇ ਰਹਿੰਦੇ ਨੇ। ਇੱਦਾਂ ਹੀ ਹਰਮਨ ਵੀਰਾ ਜਦੋਂ ਸਾਡੇ ਕੋਲ ਰਹਿੰਦੇ ਸੀ ਨਾ, ਅਸੀਂ ਕੋਈ ਚੰਗੀ ਵੀ ਖਾਣ ਪੀਣ ਨੂੰ ਨਿੱਤ ਵਧੀਆ ਹੀ ਬਣਾਈ ਦਾ, ਜਦੋਂ ਹਨਾ ਕੋਈ ਵਧੀਆ ਸਪੈਸ਼ਲ ਜਿਹੀ ਚੀਜ਼ ਬਣਨੀ, ਉਹਨੇ ਮੈਨੂੰ ਹਮੇਸ਼ਾ ਕਹਿਣਾ ਭੈਣੇ ਭਾਬੀ ਆਪਾਂ ਨਾ ਢਾਬਾ ਖੋਲ੍ਹਣਾ। ਮੈਂ ਕਿਹਾ ਆਪਣੇ ਬਿਜ਼ਨਸ ਬਹੁਤ ਚੱਲਣੇ, ਬਿਲਕੁਲ ਆਪਾਂ ਤਾਂ ਸੋਚਦੇ ਹੀ ਰਹਿੰਦੇ ਵੀ ਆਹ ਵੀ ਬਿਜ਼ਨਸ ਖੋਲ੍ਹ ਲਈ, ਆਹ ਵੀ ਕਰ ਲਈ, ਆਹ ਵੀ ਕਰ ਲਈਏ। ਤਾਂ ਹੀ ਮੈਂ ਕਹਿੰਦੀ ਹਾਂ ਵੀ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਆਪਣੇ ਆਪ ਦਿਮਾਗ ਕ੍ਰੀਏਟਿਵ ਹੁੰਦਾ ਰਹਿੰਦਾ, ਅੱਗੇ ਦੀ ਅੱਗੇ ਕੁਛ ਡਿਜ਼ਾਈਨਿੰਗ। ਹੁਣ ਮੈਂ ਕਹਿੰਦੀ ਹਾਂ ਜਦੋਂ ਦਾ ਫੈਸ਼ਨ ਸ਼ੁਰੂ ਹੋਇਆ ਕਿੰਨਾ ਉਹਦੇ 'ਚ ਕਿੰਨਾ ਚੇਂਜ ਆ ਗਿਆ ਹੁਣ ਤੱਕ, ਤੇ ਅੱਗੇ ਕਿੰਨਾ ਆਊਗਾ, ਇਹ ਦਿਮਾਗ ਦੀ ਖੇਡ ਆ ਸਾਰੀ, ਇਹ ਨਾ ਮੁੱਕਣ ਵਾਲੀ ਚੀਜ਼ ਹੈ ਐਕਚੁਅਲੀ। ਇਹਦੇ 'ਚ ਤੁਸੀਂ ਕੁਛ ਵੀ ਅੱਗੇ ਕੁਛ ਵੀ ਕਰ ਸਕਦੇ ਹਾਂ, ਹਰ ਤਰ੍ਹਾਂ ਦਾ ਸਟਾਈਲ ਆ ਰਿਹਾ, ਪੁਰਾਣਾ ਮੁੜ ਫੇਰ ਆ ਰਿਹਾ, ਕੁਛ ਨਵਾਂ ਆ ਰਿਹਾ, ਬਸ ਇਹ ਵੀ ਆਪਾਂ ਅਡੋਪਟ ਕਰਦੇ ਜਾ ਰਹੇ ਹਾਂ। ਤੇ ਇਹ ਸ਼ਕਤੀ ਆਪਣੇ 'ਚ ਹੋਣੀ ਚਾਹੀਦੀ ਆ, ਕੁੜੀਆਂ 'ਚ ਸਪੈਸ਼ਲੀ ਹੁੰਦੀ ਵੀ ਆ, ਕਿਉਂਕਿ ਜਿਹੜੀਆਂ ਕੁੜੀਆਂ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਨੂੰ ਅਡੋਪਟ ਕਰ ਰਹੀਆਂ ਨੇ, ਉੱਥੋਂ ਦੇ ਮਾਹੌਲ ਨੂੰ ਅਡੋਪਟ ਕਰ ਰਹੀਆਂ ਨੇ, ਤਾਂ ਕੁੜੀਆਂ 'ਚ ਬਹੁਤ ਕੁਛ ਹੈ, ਬਹੁਤ ਕੁਛ ਹੈ। ਉਹ ਕੁਛ ਵੀ ਕਰ ਸਕਦੀਆਂ, ਕਿਸੇ ਵੀ ਚੀਜ਼ 'ਚ ਕਿਸੇ ਵੀ ਫੀਲਡ 'ਚ ਅੱਗੇ ਜਾ ਸਕਦੀਆਂ ਨੇ। ਦੇਖੋ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਗੱਲਾਂ 'ਚੋਂ ਇੱਕ ਐਗਜ਼ਾਮਪਲ ਜਿਹੜੀ ਆਪਾਂ ਸਭ ਤੋਂ ਵੱਡੀ ਦੇ ਸਕਦੇ ਹਾਂ, ਉਹ ਇਹ ਆ ਵੀ ਜਿਹੜਾ ਅਸੀਂ ਇੱਧਰ ਸੋਚਦੇ ਹਾਂ, ਅਸੀਂ ਇੱਥੇ ਕੁੜੀਆਂ ਨੂੰ ਕਹਿੰਦੇ ਹਾਂ ਵੀ ਤੂੰ ਆਹ ਵੀ ਨਹੀਂ ਕੰਮ ਕਰ, ਤੂੰ ਫਲਾਣੇ ਦਫ਼ਤਰ 'ਚ ਜਾ ਕੇ ਨੌਕਰੀ ਨਾ ਕਰ, ਤੂੰ ਪ੍ਰਾਈਵੇਟ ਸਕੂਲ 'ਚ ਪੜ੍ਹਾ ਨਾ, ਕਿਉਂਕਿ ਇੰਨੇ ਕੁ ਪੈਸਿਆਂ ਨਾਲ ਕੁਛ ਨਹੀਂ ਬਣਦਾ। ਤਾਂ ਮੈਨੂੰ ਲੱਗਦਾ ਪੈਸੇ ਨਾਲੋਂ ਵੀ ਜ਼ਰੂਰੀ ਉਹਦੀ ਸੈਲਫ ਰਿਸਪੈਕਟ ਲਈ ਵੀ ਜ਼ਰੂਰੀ ਆ, ਉਹ ਜਿਵੇਂ ਆਪਾਂ ਪਹਿਲਾਂ ਹੀ ਕੀਤਾ ਕਿ ਉਹਦੀ ਮੈਂਟਲ ਹੈਲਥ ਲਈ ਵੀ ਬਹੁਤ ਜ਼ਰੂਰੀ ਹੈ ਨਾ। ਉਹ ਬਾਹਰ ਨਿਕਲੂਗੀ, ਲੋਕਾਂ ਨੂੰ ਮਿਲੂਗੀ, ਤੁਸੀਂ ਕਿਹਾ ਵੀ ਉਹ ਅਪਡੇਟ ਰਹੂਗੀ, ਹੈ ਨਾ। ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਬੋਲਡਲੀ ਸੁਸਾਇਟੀ ਨੂੰ ਵੀ ਫੇਸ ਕਰ ਸਕਦੀ ਹੈ। ਉਹਨੂੰ ਇਹ ਵੀ ਪਤਾ ਲੱਗੂ ਜੇ ਕੱਲ੍ਹ ਨੂੰ ਉਹਦੇ ਨਾਲ ਕੋਈ ਮਿਸ ਹੈਪਨਿੰਗ ਰਸਤੇ 'ਚ ਵੀ ਹੁੰਦੀ ਆ, ਉਹਨੂੰ ਫੇਸ ਕਰਨਾ ਆਊਗਾ ਵੀ ਜੇ ਕੋਈ ਬੰਦਾ ਮੇਰੇ ਨਾਲ ਕਿਸੇ ਅਲੱਗ ਤਰੀਕੇ ਦਾ ਬਿਹੇਵ ਕਰ ਰਿਹਾ, ਮੈਨੂੰ ਜਵਾਬ ਕਿੱਦਾਂ ਦੇਣਾ। ਬਿਲਕੁਲ। ਤੇ ਇੱਕ ਚੀਜ਼ ਮੈਮ ਜਿਵੇਂ ਤੁਸੀਂ ਦੱਸੀ ਸੀ, ਦੇਖੋ ਇੱਥੇ ਆਪਾਂ ਸੋਚਦੇ ਹਾਂ ਕਿ ਸਾਡਾ ਇਹ ਸਟੇਟਸ ਆ, ਜੇ ਅਸੀਂ ਕਮਾ ਸਕਦੇ ਹਾਂ ਤਾਂ ਤੈਨੂੰ ਜ਼ਰੂਰਤ ਨਹੀਂ ਹੈ ਨਾ। ਜੇ ਘਰ 'ਚ ਬੱਚੇ ਨੇ, ਬਜ਼ੁਰਗ ਨੇ, ਤਾਂ ਤੇਰੀ ਪਹਿਲੀ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲਣ ਦੀ ਆ। ਹੁਣ ਜਦੋਂ ਆਪਣੇ ਪਰਿਵਾਰ ਨੇ ਜਿਹੜੇ ਬਾਹਰ ਕੈਨੇਡਾ, ਅਮੈਰੀਕਾ, ਫੋਰਨ ਕੰਟਰੀ 'ਚ ਬੈਠੇ ਨੇ, ਹੈ ਨਾ, ਉੱਥੇ ਜਿਵੇਂ ਤੁਸੀਂ ਉਸ ਦਿਨ ਤਜਰਬਾ ਸਾਂਝਾ ਕਰ ਰਹੇ ਸੀ ਕਿ ਉੱਥੇ ਇਹ ਨਹੀਂ ਹੈਗਾ ਕਿ ਇਹ ਸਰਪੰਚ ਦੀ ਘਰ ਵਾਲੀ ਆ, ਉੱਥੇ ਇਹ ਨਹੀਂ ਹੈਗਾ ਕਿ ਇਹ DSP ਦੀ ਵਾਈਫ ਆ, ਹੈ ਨਾ। ਉੱਥੇ ਸਾਰੇ ਕੰਮ ਕਰਦੇ ਨੇ, ਉੱਥੇ ਨਿੱਕੇ ਨਿੱਕੇ ਕੰਮਾਂ ਨੂੰ ਵੀ ਜਾ ਕੇ ਤੁਸੀਂ ਕਰਨ ਨੂੰ ਤਰਜੀਹ ਦਿੰਦੇ ਹੋ। ਤੁਹਾਡੀ ਕੁੜੀ ਜਹਾਜ਼ ਬਾਅਦ ਚੋਂ ਚੜ੍ਹਦੀ ਹੈ, ਪਹਿਲਾਂ ਤੁਸੀਂ ਕਹਿ ਦਿੰਦੇ ਹੋ ਕਿ ਇੱਕ ਸਮੈਸਟਰ ਦੀ ਫੀਸ ਭਰਤੀ, ਅਗਲੀ ਦੀ ਤੂੰ ਸ਼ਿਫਟਾਂ ਲਾ ਕੇ ਭਰਨੀ ਆ, ਹੈ ਨਾ। ਤਾਂ ਉਹ ਸੋਚ ਅਸੀਂ ਇੱਥੇ ਕਿਉਂ ਨਹੀਂ ਅਪਣਾਉਂਦੇ? ਪਹਿਲਾਂ ਤਾਂ ਤੁਸੀਂ ਆਰਥਿਕ ਪੱਖੋਂ ਖੁਸ਼ਹਾਲ ਹੋਵੋਗੇ, ਦੂਜੀ ਚੀਜ਼ ਹੈ ਕਿ ਹਾਂ ਸੱਚੀ ਮੈਂ ਹੁਣ ਵੀ ਪੁਰਾਣੀਆਂ ਜਿਹੜੀਆਂ ਆਪਣੀਆਂ ਬਜ਼ੁਰਗ ਔਰਤਾਂ ਨੇ, ਜਿਵੇਂ ਮੇਰੇ ਮੰਮੀ ਹੋਣੀ ਵੀ ਨੇ, ਇੰਨੇ ਪੜ੍ਹੇ ਲਿਖੇ ਹੋਣ ਤੋਂ ਬਾਅਦ ਵੀ ਜਦੋਂ ਇਹ ਕਹਿੰਦੀਆਂ ਨੇ ਨਾ ਵੀ ਅਸੀਂ ਕੁਛ ਨਹੀਂ ਕਰ ਸਕੀਆਂ, ਹੈ ਨਾ, ਤਾਂ ਲੱਗਦਾ ਹੈ ਕਿ ਨਹੀਂ ਸੱਚੀ ਤੁਸੀਂ ਸਿਰਫ ਇਹਨਾਂ ਨੂੰ ਮਤਲਬ ਇੱਕ ਘਰ ਨੂੰ ਸਰਵ ਕਰਨ ਵਾਸਤੇ ਪੂਰੀ ਜ਼ਿੰਦਗੀ ਉਹਨਾਂ ਦੀ ਜਿਹੜੀ ਬੇਅਰਥ ਗਵਾਤੀ, ਹੈ ਨਾ। ਤੇ ਜਦੋਂ ਮੈਂ ਡਿਗਰੀ ਕੀਤੀ ਸੀ, ਮੇਰੇ ਨਾਲ ਦੇ ਜਦੋਂ ਸਾਰੇ ਕੰਮਾਂ ਕਾਰਾਂ 'ਤੇ ਸੀਗੇ, ਉਹ ਦੱਸਣਾ ਉਹਨਾਂ ਨੇ ਵੀ ਅਸੀਂ ਜੋਬ 'ਤੇ ਹਾਂ, ਅਸੀਂ ਆਹ ਕਰ ਰਹੇ ਹਾਂ, ਤਾਂ ਮੈਨੂੰ ਵੀ ਬਹੁਤ ਫੀਲ ਹੁੰਦਾ ਸੀ, ਜਦ ਕਿ ਮੈਨੂੰ ਘਰੋਂ ਖਰਚੇ ਵਾਲੀ ਕੋਈ ਪ੍ਰੋਬਲਮ ਨਹੀਂ ਸੀ, ਹੈ ਨਾ। ਮੈਨੂੰ ਘਰੇ ਬੈਠੇ ਨੂੰ ਹਰ ਚੀਜ਼ ਮਿਲ ਰਹੀ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਦਿਮਾਗ 'ਚ ਇਹ ਚੀਜ਼ ਸੀ ਵੀ ਮੈਂ ਜ਼ਿੰਦਗੀ 'ਚ ਕੀ ਕੀਤਾ। ਤਾਂ ਉਸ ਚੀਜ਼ ਲਈ ਵੀ ਇਹ ਚੀਜ਼ ਜ਼ਰੂਰੀ ਹੈ। ਸਹੀ ਗੱਲ ਹੈ। ਤੇ ਬਹੁਤ ਚੰਗੀਆਂ ਗੱਲਾਂ, ਮੈਨੂੰ ਲੱਗਦਾ ਵੀ ਆਪਾਂ ਆਪਣੀ ਕੋਸ਼ਿਸ਼ ਅਨੁਸਾਰ ਤਾਂ ਵਧੀਆ ਹੀ ਕਰਦੇ ਹਾਂ, ਪਰ ਜੇ ਲੋਕਾਂ ਇੱਕ ਗੱਲ ਮੈਂ ਹੋਰ ਦੱਸਣੀ ਚਾਹੂੰਗੀ ਕਿ ਜਿੱਦਾਂ ਹੁਣ ਮੈਨੂੰ ਲੱਗਦਾ ਘਰੋਂ ਸਪੋਰਟ ਬਹੁਤ ਜ਼ਰੂਰੀ ਆ। ਘਰ ਦੇ ਤੁਹਾਡੇ ਬਾਰੇ ਕੀ ਸੋਚਦੇ, ਕਿਵੇਂ? ਹੁਣ ਮੇਰੀ ਬੇਟੀ ਇਸ ਲਾਈਨ 'ਚ ਆ, ਜਿੱਦਾਂ ਬਰਾੜ ਸਾਹਿਬ ਵਾਲੀ ਲਾਈਨ 'ਚੋਂ ਅੱਗੇ ਆਈ ਆ। ਮੈਂ ਹੈਰਾਨ ਹੁੰਦੀ ਹਾਂ, ਸਾਡੇ ਜਿਹੜੇ ਫਰੈਂਡ ਸਰਕਲ ਆ ਜਾਂ ਲੋਕ ਨੇ ਵੈਸੇ ਉਹਨੂੰ ਬਹੁਤ ਐਪਰੀਸ਼ੀਏਟ ਕਰਦੇ ਆ। ਉਹ ਕੋਈ ਪੋਸਟ ਪਾਉਂਦੀ ਆ ਜਾਂ ਕੁਛ ਕਿ ਉਹਦੀ ਮੂਵੀ ਆਈ ਆ ਜਾਂ ਕੁਛ ਆਇਆ ਹੈ, ਸਾਡੇ ਮਤਲਬ ਘਰ ਦੇ ਹੀ ਕੁਛ ਐਸੇ ਪਰਸਨ ਹੁੰਦੇ ਆ ਜਿਨ੍ਹਾਂ ਨੇ ਅੱਜ ਤੱਕ ਨਾ ਸਾਡੇ ਨਾਲ ਕੋਈ ਇਸ ਟੌਪਿਕ ਨੂੰ ਲੈ ਗੱਲ ਕੀਤੀ ਕਿ ਬੇਟੀ ਚੰਗਾ ਕਰ ਰਹੀ ਹੈ ਜਾਂ ਕਿੱਦਾਂ। ਮਤਲਬ ਕਿਉਂ? ਮੈਨੂੰ ਇਹ ਚੀਜ਼ ਹੈ ਨਾ,
ਇੱਕ ਵਾਰੀ ਮੈਂ ਬਾਹਰ ਕਿਸੇ ਨਾਲ ਗੱਲ ਕੀਤੀ, ਸੌਂਗ ਦੀ ਗੱਲ ਹੋ ਰਹੀ ਸੀ ਸ਼ਾਇਦ ਕੋਈ ਜਾਂ ਕਿੱਦਾਂ ਕੀ, ਤਾਂ ਬਰਾੜ ਸਾਹਿਬ ਦੇ ਸੌਂਗ ਬਾਰੇ ਉਹ ਇਨਸਾਨ ਨੇ ਮੈਨੂੰ ਕਿਹਾ ਕਿ ਆਪਾਂ ਉਹ ਗਾਣਾ ਕਰੀਏ ਜੀ ਭੈਣ ਜੀ, ਉਹ ਗਾਣਾ ਕਰਨਾ ਹੈ ਬਰਾੜ ਸਾਹਿਬ ਦਾ। ਮੈਂ ਕਿਹਾ ਜੀ ਦੇਖੋ ਬਰਾੜ ਸਾਹਿਬ ਦੇ ਗਾਣੇ ਮੈਂ ਹਲੇ ਇਕੱਠੇ ਕਰ ਰਹੀ ਹਾਂ ਜਿੱਥੇ ਵੀ ਪਏ ਆ, ਬੇਟੀ ਦਾ ਸੌਂਗ ਰੈਡੀ ਆ, ਆਪਾਂ ਉਹ ਕਰਕੇ ਵੇਖੀਏ। ਕਹਿੰਦਾ ਜੀ ਮੈਂ ਸੋਚਦਾ ਹੈ ਕਿ ਜੇ ਬਰਾੜ ਸਾਹਿਬ ਹੁੰਦੇ ਤੇ ਉਹ ਬੇਟੀ ਨੂੰ ਨਹੀਂ ਸੀ ਇਸ ਕੰਮ 'ਚ ਪਾਉਂਦੇ। ਤੇ ਮੈਂ ਉਹਨੂੰ ਕਿਹਾ, ਹਾਂ ਮੈਂ ਕਿਹਾ ਤੁਸੀਂ ਨਾ ਬਰਾੜ ਸਾਹਿਬ ਦੀ ਇੱਕ ਫੋਟੋ ਬੇਟੀ ਨੇ ਸ਼ੇਅਰ ਕੀਤੀ ਹੋਈ ਹੈ ਕਿ ਉਹਨੂੰ ਐਦਾਂ ਪਾ ਕੇ ਗੋਦੀ 'ਚ ਤੇ ਹਾਰਮੋਨੀਅਮ ਵਜਾ ਰਿਹਾ, ਤੇ ਮੈਂ ਕਿਹਾ ਉਹ ਨਾ ਨਾਲ ਰਿਆਜ਼ ਕਰਦੀ ਸੀ ਜਦੋਂ ਕੁਛ ਮੰਥ ਦੀ ਸੀਗੀ, ਹਾਂਜੀ ਹੈ ਨਾ, ਕੁਛ ਮੰਥ ਸੀ ਉਦੋਂ ਸੀਗੀ ਉਹਦੀ ਏਜ, ਤੇ ਉਦੋਂ ਰਿਆਜ਼ ਕਰਦੀ ਹੁੰਦੀ ਸੀ ਨਾਲ। ਮੈਂ ਕਿਹਾ ਵੀ ਭਾਜੀ ਇਸ ਤੋਂ ਅੱਗੇ ਮੈਂ ਤੁਹਾਨੂੰ ਹੋਰ ਕੁਛ ਨਹੀਂ ਕਹਿਣਾ ਚਾਹੁੰਦੀ। ਮਤਲਬ ਇਹੋ ਜਿਹੀ ਵੀ ਮੈਂਟੈਲਿਟੀ ਦੇ ਲੋਕ ਹੈਗੇ ਆ ਕਿ ਜੇ ਬੱਚਾ ਕੁਛ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਜਾ ਰਿਹਾ ਏ ਤਾਂ ਕਿਸੇ ਨੂੰ ਕੀ ਪ੍ਰੋਬਲਮ ਆ। ਮਤਲਬ ਤੁਸੀਂ ਲੋਕ ਕਿਉਂ ਕਿਸੇ ਨੂੰ ਚਾਹੁੰਦੇ ਹੋ ਕਿ ਕੁੜੀ ਇਸ ਫੀਲਡ 'ਚ ਨਹੀਂ ਜਾ ਸਕਦੀ? ਕਿਉਂ ਨਹੀਂ ਜਾ ਸਕਦੀ? ਵੀ ਕੁੜੀਆਂ ਵਾਕਈ ਪਾਵਰਫੁਲ ਇੰਨੀਆਂ ਕਿ ਕੁਛ ਵੀ ਕਰ ਸਕਦੀਆਂ, ਮਤਲਬ ਅਸੀਂ ਕੁਛ ਵੀ ਕੰਮ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਜੇ ਮੈਂ ਕਰ ਲਿਆ ਨਾ ਜਿੰਨੀ ਮੈਂ ਬਿਨਾਂ ਕੰਮ ਤੋਂ ਰਹੀ, ਹਾਂਜੀ ਤੁਸੀਂ ਬਸ ਹਿੰਮਤ ਨਾ ਹਾਰੋ, ਤੁਸੀਂ ਕੁਛ ਵੀ ਕਰ ਸਕਦੇ ਹੋ, ਸਾਰੇ ਸਹੀ ਆ। ਯਾ ਦੇਖੋ ਇੱਥੇ ਮੈਂ ਛੋਟੀ ਜਿਹੀ ਇੱਕ ਕਹਾਣੀ ਸਾਂਝੀ ਕਰਦੀ ਹਾਂ ਕਿ ਮੈਨੂੰ ਕਿਸੇ ਨੋਨ ਨੇ ਦੱਸਿਆ ਕਿ ਉਹਨਾਂ ਦੀ ਭੈਣ ਦੇ ਹਸਬੈਂਡ ਬਹੁਤ ਵੱਡੀ ਇੱਕ ਕੰਪਨੀ 'ਚ 1.5 ਲੱਖ ਮਹੀਨੇ ਵਾਲੀ ਜੋਬ ਕਰਦੇ ਸੀ, ਹੈ ਨਾ। ਕਿਸੇ ਹਾਦਸੇ 'ਚੋਂ ਚਲੇ ਗਏ ਤਾਂ ਉਹਨਾਂ ਦੀ ਸਿਸਟਰ ਜਿਹੜੀ ਉਹੀ ਆਪਣੀ ਸੋਚ ਹੁੰਦੀ ਹੈ ਵੀ ਨਹੀਂ ਬਹੁਤ ਚੰਗੀ ਸੈਲਰੀ ਹੈ, ਮੈਂ ਕੀ ਕਰਨਾ, ਚਲੋ ਮੈਂ ਬੱਚੇ ਸੰਭਾਲਦੀ ਹਾਂ, ਹੈ ਨਾ। ਤਾਂ ਪੜ੍ਹੇ ਲਿਖੇ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੋਈ ਕਿੱਤਾ ਨਹੀਂ ਕੀਤਾ। ਪਰ ਉਹ ਜਦੋਂ ਹਾਦਸੇ ਤੋਂ ਬਾਅਦ ਉਹ ਕਹਿੰਦੇ ਵੀ ਹੁਣ ਇਹੋ ਜਿਹੀ ਸਟੇਜ ਆ ਗਈ ਕਿ ਉਹਨਾਂ ਨੇ ਹਾਊਸ ਲੋਨ ਲੈ ਕੇ ਘਰ ਬਣਾਇਆ ਹੋਇਆ ਸੀ, ਕਾਰ ਦੀ EMI ਜਾਂਦੀ ਸੀ, ਤਾਂ ਇਸ ਟਾਈਮ ਉਹ ਆਪਣਾ ਘਰ ਸੇਲ ਕਰ ਰਹੇ ਨੇ, ਹੈ ਨਾ। ਤਾਂ ਇਹ ਚੀਜ਼ ਮਤਲਬ ਆਲੇ ਦੁਆਲੇ ਤੋਂ ਹੀ ਸਾਨੂੰ ਸਿੱਖਣਾ ਬਣਦਾ, ਅਤੇ ਇਹਨਾਂ ਚੀਜ਼ਾਂ ਤੋਂ ਹੀ ਸਿੱਖ ਕੇ ਵੀ ਜੇ ਸਿਰਫ ਤੁਸੀਂ ਕੁੜੀ ਨੂੰ ਇਸ ਲਈ ਪੜ੍ਹਾ ਰਹੇ ਹੋ ਕਿ ਉਹਨੂੰ ਚੰਗਾ ਰਿਸ਼ਤਾ ਮਿਲੂਗਾ, ਜਾਂ ਹੈ ਨਾ ਮਤਲਬ ਇਸ ਲਈ ਪੜ੍ਹਾ ਰਹੇ ਹੋ ਕਿ ਸਿਰਫ ਉਹਨੂੰ ਪੜ੍ਹਾਉਣਾ ਜ਼ਰੂਰੀ ਆ, ਤਾਂ ਉਹ ਸੋਚ ਸਾਨੂੰ ਛੱਡ ਦੇਣੀ ਚਾਹੀਦੀ ਆ। ਸਾਨੂੰ ਆਪਣੇ ਬੱਚੇ ਦੇ ਪੂਰੇ ਫਿਊਚਰ ਲਈ ਟੈਂਸ ਹੋਣਾ ਚਾਹੀਦਾ ਕਿ ਕੱਲ੍ਹ ਨੂੰ ਰੱਬ ਨਾ ਕਰੇ ਜ਼ਿੰਦਗੀ 'ਚ ਕੁਛ ਐਸਾ ਆਵੇ, ਨਾ ਉਹ ਮਾਂ ਪਿਓ 'ਤੇ ਬੋਝ ਬਣੇ, ਨਾ ਉਹ ਆਪਣੇ ਆਪ ਨੂੰ ਬੋਝ ਸਮਝਣ ਲੱਗ ਜਾਏ, ਹੈ ਨਾ। ਤਾਂ ਉਹਨਾਂ ਚੀਜ਼ਾਂ ਲਈ ਜ਼ਰੂਰੀ ਆ। ਉਮੀਦ ਹੈ ਕਿ ਆਪਾਂ ਚੰਗਾ ਹੀ ਕੁਛ ਮਤਲਬ ਗੱਲਾਂ ਕੀਤੀਆਂ ਹੋਣਗੀਆਂ, ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਸੇਧ ਆਵੇ, ਹੈ ਨਾ। ਧੰਨਵਾਦ, ਤੁਸੀਂ ਵੀ ਬਹੁਤ ਸੋਹਣੇ ਤਜਰਬੇ ਦਿੱਤੇ ਨੇ। ਹਮੇਸ਼ਾ ਅਸੀਂ ਇਹੀ ਸੋਚਦੇ ਹਾਂ ਕਿ ਕੁੜੀਆਂ ਦਾ ਪੜ੍ਹਨਾ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਹੁਣ ਦਾ ਜਿਹੜਾ ਸਮਾਂ ਹੈ ਉਹ ਇਹ ਦੱਸਦਾ ਕਿ ਕੁੜੀਆਂ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਨੌਕਰੀ ਕਰਨਾ ਜਾਂ ਫਿਰ ਆਪਣਾ ਕਿੱਤਾ ਹੋਣਾ ਤੁਹਾਡੇ ਕੋਲ ਬਹੁਤ ਜ਼ਿਆਦਾ ਲਾਜ਼ਮੀ ਬਣ ਜਾਂਦਾ ਹੈ, ਕਿਉਂਕਿ ਸਮਾਂ ਇਹ ਆ ਗਿਆ ਕਿ ਹੁਣ ਤੁਸੀਂ ਘਰਾਂ 'ਚ ਬੰਦ ਨਹੀਂ ਰਹਿ ਸਕਦੇ। ਤੁਸੀਂ ਆਪਣੇ ਫੈਸਲੇ ਨੇ ਜਿਹੜੇ ਉਹ ਖੁੱਲ੍ਹ ਕੇ ਤਦ ਹੀ ਕਰ ਸਕਦੇ ਹੋ ਜੇ ਤੁਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋਵੋਗੇ। ਬਹੁਤ ਸਾਰੀਆਂ ਕੁੜੀਆਂ ਪਰਿਵਾਰਾਂ ਦੇ ਵਿੱਚ ਲੰਮਾ ਸਮਾਂ ਤਸ਼ੱਦਦ ਸਹਿੰਦੀਆਂ ਰਹਿੰਦੀਆਂ ਨੇ, ਜ਼ਿੰਦਗੀ ਨੂੰ ਲੈ ਕੇ ਕੋਈ ਫੈਸਲਾ ਨਹੀਂ ਕਰ ਪਾਉਂਦੀਆਂ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਆ, ਕਿੱਥੇ ਜਾਵਾਂਗੇ। ਮਾਂ ਪਿਓ ਨੇ ਜਿਹੜੇ ਉਹ ਕਈ ਵਾਰੀ ਇਹੋ ਜਿਹੇ ਹਾਦਸਿਆਂ ਤੋਂ ਬਾਅਦ ਤੁਹਾਨੂੰ ਬੋਝ ਸਮਝਣ ਲੱਗ ਜਾਂਦੇ ਨੇ, ਰਿਸ਼ਤੇਦਾਰ ਤੁਹਾਨੂੰ ਬੋਝ ਸਮਝਣ ਲੱਗ ਜਾਂਦੇ ਨੇ। ਉਸ ਟਾਈਮ ਤੁਹਾਡੇ ਕੋਈ ਕੰਮ ਨਹੀਂ ਆਉਂਦਾ। ਜੇ ਤੁਹਾਡੇ ਕੋਈ ਕੰਮ ਆ ਸਕਦਾ ਤਾਂ ਤੁਹਾਡੇ ਹੱਥ ਦਾ ਹੁਨਰ ਜਾਂ ਫਿਰ ਤੁਹਾਡੀ ਪੜ੍ਹਾਈ ਲਿਖਾਈ ਆ, ਇਹਨੂੰ ਉਸ ਵਕਤ ਤੱਕ ਇਹ ਨਾ ਸੋਚੋ ਕਿ ਨਹੀਂ ਵਰਤਣਾ ਜਦੋਂ ਤੱਕ ਕੋਈ ਮੁਸੀਬਤ ਨਹੀਂ ਪੈਂਦੀ। ਸ਼ੁਰੂ ਤੋਂ ਆਪਣੇ ਪੈਰਾਂ 'ਤੇ ਖੜ੍ਹਨ ਵਾਲੀ ਸੋਚ ਬਣਾਓ, ਅਤੇ ਮਾਂ ਪਿਓ ਨੂੰ ਵੀ ਚਾਹੀਦਾ ਕਿ ਉਹ ਆਪਣੀਆਂ ਧੀਆਂ ਦਾ ਇਸ ਕੰਮ 'ਚ ਪੂਰਾ ਸਾਥ ਦੇਣ। ਸਹੁਰੇ ਪਰਿਵਾਰਾਂ ਨੂੰ ਵੀ ਚਾਹੀਦਾ ਕਿ ਨੂੰਹ ਕੋਲੇ ਜੋ ਹੁਨਰ ਆ ਉਹਨੂੰ ਉਹ ਕੰਮ ਕਰਨ ਦੀ ਆਜ਼ਾਦੀ ਦਿਓ। ਜੇ ਬੱਚੇ ਜਾਂ ਪਰਿਵਾਰ ਆ ਜਿਹੜਾ ਉਹ ਇੱਕ ਬੰਦੇ ਦੀ ਤਰੱਕੀ ਦੇ ਰਾਹ 'ਚ ਰੋੜਾ ਨਹੀਂ ਬਣ ਸਕਦਾ, ਤਾਂ ਮੈਨੂੰ ਲੱਗਦਾ ਜੇ ਔਰਤ ਦੀ ਰਾਹ 'ਚ ਬਣਦਾ ਤਾਂ ਅਸੀਂ ਹਾਲੇ ਵੀ 21ਵੀਂ ਸਦੀ 'ਚ ਨਹੀਂ ਬੈਠੇ। ਕੁੜੀਆਂ ਆਪਣੇ ਦਮ 'ਤੇ ਬਹੁਤ ਕੁਛ ਕਰ ਸਕਦੀਆਂ ਨੇ, ਬਸ਼ਰਤੇ ਉਹਨਾਂ ਨੂੰ ਕਰਨ ਦਾ ਮੌਕਾ ਦਿਓ। ਜ਼ਰੂਰ ਉਹ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੀਆਂ ਅਤੇ ਤੁਸੀਂ ਸੱਚੀ ਇੱਕ ਖੁਸ਼ਹਾਲ ਪਰਿਵਾਰ ਦੀ ਨੀਂਹ ਰੱਖੋਗੇ। ਔਰਤਾਂ ਨੂੰ ਵੀ ਚਾਹੀਦਾ ਕਿ ਹਮੇਸ਼ਾ ਦੂਜਿਆਂ ਵੱਲ ਨਾ ਝਾਕਦੇ ਰਹੋ ਕਿ ਤੁਸੀਂ ਮੈਨੂੰ ਇਜਾਜ਼ਤ ਦਿਓਗੇ ਤਾਂ ਮੈਂ ਇਹ ਕੰਮ ਕਰੂੰਗੀ। ਇਹ ਤੁਹਾਡੀ ਆਪਣੀ ਹੋਂਦ ਲਈ ਵੀ ਜ਼ਰੂਰੀ ਆ, ਗਾਂ ਤੁਹਾਡੇ ਬੱਚਿਆਂ ਦੀ ਹੋਂਦ ਲਈ ਵੀ ਜ਼ਰੂਰੀ ਆ। ਸੋ ਔਰਤ ਦਾ ਕੰਮ ਕਰਨਾ ਵੀ ਓਨਾ ਹੀ ਜ਼ਰੂਰੀ ਆ ਜਿੰਨਾ ਕਿ ਇੱਕ ਮਰਦ ਦਾ। ਇਸ ਮਾਮਲੇ 'ਤੇ ਮੈਨੂੰ ਲੱਗਦਾ ਕਿ ਇਸ ਮਸਲੇ 'ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਚੰਗੀਆਂ ਗੱਲਾਂ ਕਰੀਏ, ਪਰ ਤੁਹਾਡੇ ਤਜਰਬੇ ਨੇ ਜਿਹੜੇ ਸਾਡੇ ਨਾਲ ਵੱਖਰੇ ਹੋ ਸਕਦੇ ਨੇ। ਕਿਤੋਂ ਵੀ ਸ਼ੁਰੂ ਕਰੋ, ਪਰ ਸ਼ੁਰੂਆਤ ਜ਼ਰੂਰ ਕਰੋ। ਅਸੀਂ ਆਪਣੀ ਸਮਝ ਮੁਤਾਬਕ ਇਸ ਮਸਲੇ 'ਤੇ ਜਿੰਨੀਆਂ ਕੁ ਗੱਲਾਂ ਹੋ ਸਕੀਆਂ ਉਹ ਕੀਤੀਆਂ, ਪਰ ਤੁਹਾਡੇ ਤਜਰਬੇ ਸਾਡੇ ਨਾਲੋਂ ਵੱਖਰੇ ਹੋ ਸਕਦੇ ਨੇ, ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਅਤੇ ਹੁਣ ਅਸੀਂ ਤਿੰਨੋਂ ਇਜਾਜ਼ਤ ਚਾਹੁੰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ। ਅਗਲੇ ਹਫ਼ਤੇ ਫਿਰ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।